ਸਿੱਖ ਨਸਲਕੁਸ਼ੀ ਦੇ 186 ਕੇਸਾਂ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ SIT ਦਾ ਗਠਨ। 3 ਮੈਂਬਰੀ ਕਮੇਟੀ 'ਚ ਸੇਵਾ ਮੁਕਤ ਜੱਜ SN ਢਿੰਗਰਾ, ਰਾਜਦੀਪ ਸਿੰਘ ਅਤੇ ਅਭਿਸ਼ੇਕ ਦੁੱਲਰ ਹੋਣਗੇ ਮੈਂਬਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ। 84 ਸਿੱਖ ਕਤਲੇਆਮ 'ਚ ਸੱਜਣ ਕੁਮਾਰ ਸੀ ਸ਼ਾਮਲ। 4-5 ਹੋਰ ਕਾਂਗਰਸੀ ਆਗੂ ਵੀ ਕਤਲੇਆਮ 'ਚ ਸਨ ਸ਼ਾਮਲ। ਇੰਡੀਆ ਨਿਊਜ਼ ਪੰਜਾਬ ਨਾਲ ਮੁੱਖ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ। 23 ਜਨਵਰੀ ਨੂੰ ਹੋਵੇਗੀ ਸਿੰਘ ਸਾਹਿਬਾਨਾਂ ਦੀ ਬੈਠਕ। ਬੈਠਕ 'ਚ ਚਰਨਜੀਤ ਚੱਡਾ ਦਾ ਵਿਚਾਰਿਆ ਜਾਵੇਗਾ ਮਾਮਲਾ। ਅੰਮ੍ਰਿਤਸਰ ਦੀ ਅਦਾਲਤ ਨੇ ਚਰਨਜੀਤ ਸਿੰਘ ਚੱਡਾ ਨੂੰ ਦਿੱਤੀ ਰਾਹਤ। ਚੱਡਾ ਨੂੰ ਮਿਲੀ ਅੰਤਰਿਮ ਜ਼ਮਾਨਤ। ਅਦਾਲਤ ਨੇ 10 ਦਿਨਾਂ ਦੇ ਅੰਦਰ ਤਫਤੀਸ਼ 'ਚ ਸ਼ਾਮਲ ਹੋਣ ਦੇ ਦਿੱਤੇ ਹੁਕਮ। ਪੰਜਾਬ ਹਰਿਆਣਾ ਹਾਈ ਕੋਰਟ ਨੇ ਵਰਨਿਕਾ ਕੁੰਡੂ ਮਾਮਲੇ 'ਚ ਵਿਕਾਸ ਬਰਾਲਾ ਨੂੰ ਦਿੱਤੀ ਰਾਹਤ। ਬਰਾਲਾ ਨੂੰ ਮਿਲੀ ਜ਼ਮਾਨਤ। ਬੀਤੇ 5 ਮਹੀਨਿਆਂ ਤੋਂ ਪੁਲਿਸ ਹਿਰਾਸਤ 'ਚ ਸੀ ਵਿਕਾਸ ਬਰਾਲਾ। ਪੰਚਕੂਲਾ 'ਚ ਦੰਗੇ ਭੜਕਾਉਣ ਦਾ ਮਾਮਲਾ। ਹਨੀਪ੍ਰੀਤ ਸਣੇ 15 ਮੁਲਜ਼ਮਾਂ ਦੀ ਅਦਾਲਤ 'ਚ ਹੋਈ ਪੇਸ਼ੀ। ਹਨੀਪ੍ਰੀਤ ਅਤੇ ਹੋਰਨਾਂ ਦੇ ਖਿਲਾਫ ਨਹੀਂ ਹੋਏ ਚਾਰਜ ਫਰੇਮ। 21 ਫਰਵਰੀ ਨੂੰ ਹੋਵੇਗੀ ਚਾਰਜ ਫਰੇਮ ਤੇ ਬਹਿਸ। ਗੁਰਦਾਸਪੁਰ ਦੇ ਪਿੰਡ ਨਾਨੋਵਾਲ 'ਚ 27 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ। ਨੌਜਵਾਨ ਨੇ ਖੁਦਕੁਸ਼ੀ ਦਾ ਬਣਾਇਆ ਵੀਡੀਓ। ਸਹੁਰੇ ਪਰਿਵਾਰ ਤੇ ਲਾਏ ਵੀਡੀਓ ਲਈ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ। ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ, ਲੈ ਕੇ ਹਾਜ਼ਰ ਹਾਂ ਭਖਤ ਦਾ ਮਸਲਾ। ਕਦੋਂ ਮਿਲੇਗਾ ਇਨਸਾਫ ਤੇ ਕਦੋਂ ਕੱਟੀ ਜਾਵੇਗੀ 84? ਇਹ ਸਵਾਲ ਹਰ ਉਸ ਸ਼ਖਸ ਦੀ ਜ਼ੁਬਾਨ ਤੇ ਹੈ ਜਿਸ ਨੇ 84 ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਹੈ। 3 ਦਹਾਕੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਮਾਮਲੇ ਤਰੀਕ ਤੇ ਤਰੀਕ ਪੈਂਦੀ ਜਾ ਰਹੀ ਹੈ। ਮਾਮਲਾ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਸੁਪਰੀਮ ਕੋਰਟ ਵੱਲੋਂ 186 ਕੇਸਾਂ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਗਏ ਨੇ, ਜੋ ਕਿ ਥੋੜੀ ਰਾਹਤ ਤਾਂ ਦੇ ਰਹੇ ਨੇ, ਪਰ ਮੁਕੰਮਲ ਇਨਸਾਫ ਕਦੋਂ ਮਿਲੇਗਾ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਸਵਾਲ ਇਹ ਵੀ ਹੈ ਕਿ ਸਿਆਸਤਦਾਨਾਂ ਦੇ ਬਿਆਨਾਂ ਦੇ ਨਾਲ ਇਨਸਾਫ ਦੀ ਆਸ ਪੂਰੀ ਹੋਵੇਗੀ ਜਾਂ ਫਿਰ ਇਸੇ ਤਰ੍ਹਾਂ ਨਾਲ ਤਰੀਕਾਂ ਭੁਗਤਦੇ ਹੋਏ ਜੂਨ ਲੰਘ ਜਾਵੇਗੀ। ਇਸੇ ਤੇ ਕਰਾਂਗੇ ਅੱਜ ਦੀ ਚਰਚਾ। ਚੁਰਾਸੀ ਨਸਲਕੁਸ਼ੀ ਮਾਮਲੇ। ਸੁਪਰੀਮ ਕੋਰਟ ਵੱਲੋਂ 186 ਕੇਸ ਮੁੜ ਤੋਂ ਖੋਲ੍ਹਣ ਦੇ ਮਾਮਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਕਬੂਲੇ ਜਾਣ ਨੇ ਇਸ ਮਾਮਲੇ ਨੂੰ ਹੁਣ ਨਵਾਂ ਮੋੜ ਦੇ ਦਿੱਤਾ ਹੈ। 1984 ਦੀ ਨਸਲਕੁਸ਼ੀ ਦੇ ਪੀੜਤਾਂ ਨੂੰ ਕਦੋਂ ਇਨਸਾਫ ਮਿਲੇਗਾ, ਇਸ ਬਾਰੇ ਹਾਲੇ ਕੁਝ ਪਤਾ ਨਹੀਂ, ਪਰ ਇਨਸਾਫ ਦੀ ਆਸ ਵਧਦੀ ਜਾ ਰਹੀ ਹੈ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਬੂਲ ਕੀਤਾ ਹੈ ਕਿ ਸੱਜਣ ਕੁਮਾਰ, ਧਰਮਦਾਸ ਸ਼ਾਸਤਰੀ ਸਣੇ ਕੁਝ ਕਾਂਗਰਸੀ ਆਗੂਆਂ ਦੀ ਇਸ ਵਿੱਚ ਸ਼ਮੂਲੀਅਤ ਸੀ। ਇਸ ਲਈ ਕਾਨੂੰਨ ਮੁਤਾਬਕ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ है। 30 साल हो गए, ये बात बार बार उठती है, बार बार कमीशंस बैठते हैं, कोई फैसला उनका होता नहीं। सो दिस इज़ सुप्रीम कोर्ट ने अभी अनाउंस किया है, तो आई होप कि जस्टिस इज़ डन। 30 साल में तो जस्टिस होनी चाहिए। देखिए, मैंने ये पहले दिन से, मैं 1984 में मैंने रिज़ाइन किया था और उस दिन से मैं आज तक यही कह रहा हूँ कि सज्जन कुमार इन्वॉल्व है, वो धर्मदास शास्त्री इन्वॉल्व हैं। ऐसे 4-5 लोगों का नाम मैंने देता कि क्योंकि पहले दिन जब हुआ था मैं दिल्ली में था और मैं सब गुरुद्वारों में जा रहा था जहाँ कैंप लगे हुए थे, और लोगों को जिनका नाम आया वो नाम मैं सबको उसी दिन से दे रहा हूँ। आज 30 साल हो गए देते हुए। सो दीज आर पीपल दैट उनके कहने से तो कोई गिल्टी नहीं होता ना, लेकिन ये मैं अपनी तरफ से तो कहता आया हूँ। अब इट इज़ फॉर द सुप्रीम कोर्ट कमीशन टू डिसाइड। SIT ਵੱਲੋਂ ਬੰਦ ਕੀਤੇ 241 ਕੇਸਾਂ 'ਚੋਂ ਸੁਪਰੀਮ ਕੋਰਟ ਵੱਲੋਂ 186 ਕੇਸ ਮੁੜ ਤੋਂ ਜਾਂਚਣ ਦਾ ਹੁਕਮ ਦੇਣ ਨਾਲ ਪੀੜਤਾਂ ਨੂੰ ਇਨਸਾਫ ਦੀ ਉਮੀਦ ਜਾਗੀ ਹੈ। ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੇ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਕਿਹਾ ਕਿ ਕਾਂਗਰਸ ਹੀ ਇਸ ਦੇ ਲਈ ਜ਼ਿੰਮੇਵਾਰ ਹੈ। ਉਧਰ ਆਪ ਆਗੂ ਸੁਖਪਾਲ ਖਹਿਰਾ ਮੁਤਾਬਕ ਹੁਣ ਇਨਸਾਫ ਮਿਲਣਾ ਚਾਹੀਦਾ ਹੈ, ਕਿਉਂਕਿ ਪਹਿਲਾਂ
बहुत देर हो चुकी है। बड़ी अच्छी गल है जी, क्योंकि साडा हमेशा यही गिला रहा बहुत वड्डा कि ਜਿਹੜੇ ਦੋਸ਼ੀ ਸਨ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲਿਆ ਤੇ ਹੁਣ ਇਹ ਐਕਸ਼ਨ ਹੋਊਗਾ, ਫੈਸਲਾ ਹੋਊਗਾ, ਇਹ ਬੜੀ ਅੱਛੀ ਗੱਲ ਹੈ। ਚਲੋ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਉਹ ਬੜਾ ਮੈਂ ਸਮਝਦਾ ਕਿ ਇਨਸਾਫ ਤੇ ਹਿੱਤ ਵਿੱਚ ਆ, ਪਰ ਬਹੁਤ ਅਰਸਾ ਹੋ ਗਿਆ ਹੁਣ ਤਕਰੀਬਨ 33-34 ਸਾਲ ਇਸ ਬੇਇਨਸਾਫੀ ਨੂੰ ਲਟਕਦਿਆਂ ਹੋਇਆਂ ਇਹ ਸਾਰਾ ਧੱਬਾ ਇਸ ਦੇਸ਼ ਦੇ ਸਰਕਾਰ ਤੇ ਜਮਹੂਰੀਅਤ ਤੇ ਨਿਆਂ ਪ੍ਰਣਾਲੀ ਤੇ ਵੀ ਆਉਂਦਾ ਵਾ। ਇਸ ਲਈ ਹੁਣ ਵੀ ਸੁਪਰੀਮ ਕੋਰਟ ਨੂੰ ਚਾਹੀਦਾ ਕਿ ਉਹ ਆਪਣੀ ਮੋਨੀਟਰਿੰਗ ਦੇ ਥੱਲੇ ਸਾਰੀ ਇਨਵੈਸਟੀਗੇਸ਼ਨ ਕਰਾਉਣ ਔਰ ਇਟ ਸ਼ੁੱਡ ਬੀ ਟਾਈਮ ਬਾਉਂਡ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਪੀੜਤਾਂ ਨੂੰ ਤਰਵਾਸਤਾ ਦੇ ਰਿਹਾ ਹੈ, ਪਰ ਕੀ ਬਿਆਨ ਇਨਸਾਫ ਦਿਵਾਉਣ 'ਚ ਸਹਾਈ ਹੋਵੇਗਾ? ਇਸ ਤੇ ਸ਼ੰਕਾ ਬਰਕਰਾਰ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਕਬੂਲ ਕਰ ਚੁੱਕੇ ਨੇ, ਪਰ ਪੀੜਤਾਂ ਨੂੰ ਇਨਸਾਫ ਕਦੋਂ ਮਿਲੇਗਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਮਲੋੜ ਤੋਂ ਹਰਵਿੰਦਰ ਸਿੰਘ ਦੇ ਨਾਲ ਕਪੂਰਥਲਾ ਤੋਂ ਮੁਕੇਸ਼ ਗੁਪਤਾ, ਇੰਡੀਆ ਨਿਊਜ਼ ਪੰਜਾਬ। ਸੋ ਲਗਾਤਾਰ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰ ਇਨਸਾਫ ਕਦੋਂ ਮਿਲੇਗਾ, ਤੇ ਸਵਾਲ ਸਾਡੇ ਵੀ ਕੁਝ ਨਹੀਂ, ਉਸ ਤੋਂ ਤੁਹਾਨੂੰ ਜਾਣੂ ਕਰਾਉਂਦੇ ਹਾਂ ਕਿ ਆਗੂਆਂ ਦੇ ਅਜਿਹੇ ਬਿਆਨ ਪੀੜਤਾਂ ਨੂੰ ਇਨਸਾਫ ਦਿਵਾਉਣ 'ਚ ਸਹਾਈ ਸਾਬਤ ਹੋਣਗੇ। ਕੀ 186 ਕੇਸਾਂ ਦੀ ਮੁੜ ਜਾਂਚ ਜ਼ਰੀਏ ਮਿਲੇਗਾ ਇਨਸਾਫ? ਕੀ SIT ਨੇ 241 ਕੇਸ ਬੰਦ ਕਰਨ ਦੇ ਵਿੱਚ ਜਲਦਬਾਜ਼ੀ ਕੀਤੀ? ਤੇ ਜਲਦੀ ਇਨਸਾਫ ਦੇ ਲਈ ਕਾਨੂੰਨੀ ਪ੍ਰਕਿਰਿਆ 'ਚ ਕੀ ਬਦਲਾਅ ਦੀ ਜ਼ਰੂਰਤ ਹੈ? ਤੇ 84 ਪੀੜਤਾਂ ਨੂੰ ਇਨਸਾਫ ਲਈ ਸਿਆਸੀ ਧਿਰਾਂ ਕੀ ਇਕੱਠੀਆਂ ਹੋਣਗੀਆਂ? ਕਿਉਂਕਿ ਹੁਣ ਤੱਕ ਜੋ ਦੇਖਿਆ ਗਿਆ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਇਨਸਾਫ ਦਿਵਾਇਆ ਜਾਵੇਗਾ, ਇਨਸਾਫ ਦੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਵੱਡੇ, ਪਰ ਜਦੋਂ ਇਕੱਠੇ ਹੋਣ ਦੀ ਵਾਰੀ ਹੁੰਦੀ ਹੈ ਤਾਂ ਫਿਰ ਸਾਰੀਆਂ ਸਿਆਸੀ ਧਿਰਾਂ ਆਪੋ ਆਪਣਾ ਰਾਹ ਗਿਲਾਪਦੀਆਂ ਨੇ। ਕਾਫੀ ਵੇਲੇ ਤੋਂ ਜੋ ਪੀੜਤ ਨੇ, ਜੋ ਨਸਲਕੁਸ਼ੀ ਦੇ ਪੀੜਤ ਨੇ, ਉਹ ਇੱਕ ਵੋਟ ਬੈਂਕ ਦੇ ਤੌਰ ਤੇ ਵਰਤੇ ਗਏ ਨੇ। 3 ਦਹਾਕੇ ਤੋਂ ਲਗਾਤਾਰ ਕੋਈ ਵੀ ਹੁਕਮਰਾਨ, ਕੋਈ ਵੀ ਸਿਆਸੀ ਧਿਰ ਹੋਵੇ, ਉਹ ਇਹਨਾਂ ਪੀੜਤਾਂ ਨੂੰ ਆਪਣੇ ਵੋਟ ਬੈਂਕ ਵਜੋਂ ਇਸਤੇਮਾਲ ਕਰਦੀ ਰਹੀ ਹੈ। ਵੱਡੇ ਵੱਡੇ ਉਹਨਾਂ ਨੂੰ ਦਾਅਵੇ ਕੀਤੇ ਜਾਂਦੇ ਰਹੇ, ਵਾਅਦੇ ਕੀਤੇ ਜਾਂਦੇ ਰਹੇ, ਮਕਾਨ ਦਿੱਤੇ ਜਾਣਗੇ, ਨੌਕਰੀਆਂ ਦਿੱਤੀਆਂ ਜਾਣਗੀਆਂ, ਕਈਆਂ ਨੂੰ ਮਕਾਨ ਵੀ ਮਿਲ ਗਏ, ਨੌਕਰੀਆਂ ਵੀ ਮਿਲ ਗਈਆਂ, ਪਰ ਇਨਸਾਫ ਜੋ ਹੈ, ਪੂਰਾ ਇਨਸਾਫ ਉਹ ਅਜੇ ਤੱਕ ਨਹੀਂ ਮਿਲਿਆ, ਕਿਉਂਕਿ ਜਿਹੜੇ ਮੁਲਜ਼ਮ ਨੇ ਉਹ ਬਾਹਰ ਫਿਰ ਰਹੇ ਨੇ, ਦੋਸ਼ੀ ਜੋ ਕਰਾਰ ਦਿੱਤੇ ਗਏ ਨੇ ਉਹ ਬਾਹਰ ਫਿਰ ਰਹੇ ਨੇ। ਤੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਜੁੜ ਗਏ ਨੇ ਚੰਡੀਗੜ੍ਹ ਸਟੂਡੀਓ ਦੇ ਵਿੱਚ। ਸਿੱਧਾ ਉਹਨਾਂ ਦਾ ਰੁਖ ਕਰਦੇ ਹਾਂ। ਸਾਡੇ ਨਾਲ ਕਾਂਗਰਸ ਦੇ ਵੱਲੋਂ ਮਨਪ੍ਰੀਤ ਸਿੰਘ ਬਨੀ ਜੁੜੇ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਕੰਦਰ ਸਿੰਘ ਮਲੂਕਾ ਜੁੜੇ ਨੇ, ਆਮ ਆਦਮੀ ਪਾਰਟੀ ਵੱਲੋਂ ਫੈਰੀ ਸੋਫਤ ਸਾਡੇ ਨਾਲ ਜੁੜੇ ਨੇ, ਤੇ NS ਕੋਹਲੀ ਡੇਰਾਬੱਸੀ ਜੋ 84 ਦੇ ਪੀੜਤ ਨੇ ਖੁਦ ਸਾਡੇ ਨਾਲ, HS ਕੋਹਲੀ ਸਾਡੇ ਨਾਲ ਜੁੜੇ ਨੇ, 84 ਦੇ ਪੀੜਤ ਨੇ, ਉਹਨਾਂ ਦਾ ਵੀ ਸਵਾਗਤ ਹੈ। ਤੁਹਾਡੇ ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਕੋਹਲੀ ਸਾਹਿਬ, ਪਹਿਲਾ ਸਵਾਲ ਤਾਂ ਤੁਹਾਡੇ ਤੋਂ ਹੀ ਹੈ, ਕਿਉਂਕਿ ਤੁਸੀਂ ਇਹ ਦਰਦ ਆਪਣੇ ਪਿੰਡੇ ਤੇ ਹੰਡਾਇਆ। ਹੁਣ SIT ਬਣੀ ਹੈ, ਨਵੀਂ SIT ਸੁਪਰੀਮ ਕੋਰਟ ਨੇ ਬਣਾ ਦਿੱਤੀ ਹੈ, ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਜਿਹੇ ਵੇਲੇ 'ਚ ਬਿਆਨ ਕਿ ਹਾਂ ਮੈਂ ਮੰਨਦਾ ਕਿ ਸੱਜਣ ਕੁਮਾਰ ਸ਼ਾਮਲ ਸੀਗਾ, ਹੋਰ ਆਗੂ ਸ਼ਾਮਲ ਸੀਗੇ, ਕੀ ਤੁਹਾਨੂੰ ਲੱਗਦਾ ਕੋਈ ਰਾਹਤ ਦੇਵੇਗਾ ਤੁਹਾਨੂੰ, ਜਾਂ ਇਸ ਦੇ ਨਾਲ ਇਨਸਾਫ ਦੀ ਆਸ ਜੋ ਹੈ ਉਹ ਵੱਜੇਗੀ? ਜਿਹੜੀ ਅੱਜ ਗੱਲ ਅਮਰਿੰਦਰ ਸਿੰਘ ਜੀ ਨੇ ਕਹੀ ਹੈ, ਇਹ ਗੱਲ ਅਸੀਂ 33 ਵਰਿਆਂ ਤੋਂ ਚੀਖ ਕੇ ਕਹਿ ਰਹੇ ਹਾਂ ਕਿ ਚਿੱਟੇ ਦਿਨੀ ਅਸੀਂ ਕਿ ਮੈਂ ਖੁਦ ਸੱਜਣ ਕੁਮਾਰ ਨੂੰ ਆਪਣੀਆਂ ਅੱਖਾਂ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਅੱਗ ਲਗਵਾਉਣ ਦੇ ਵਿੱਚ ਭਾਸ਼ਣ ਕਰਕੇ ਅੱਗ ਲਗਾਉਣ ਵਾਸਤੇ ਕਿਹਾ, ਤੇ ਅੱਗ ਲਗਾਈ ਗਈ ਜੀ ਗੁਰਦੁਆਰਾ ਸਾਹਿਬ ਨੂੰ। ਔਰ ਉਸ ਤੋਂ ਬਾਅਦ ਅੱਗ ਲਗਾ ਕੇ ਜਦੋਂ ਅੱਗੇ ਚਲੇ ਗਏ, ਅਸੀਂ ਲੋਕ ਗੁਰਦੁਆਰਾ ਸਾਹਿਬ ਦੀ ਅੱਗ ਨੂੰ ਬੁਝਾਉਣ ਗਏ ਤਾਂ ਉੱਥੇ ਸਿੱਖਾਂ ਦਾ ਕਤਲੇਆਮ ਹੋਇਆ। ਬਹੁਤ ਬੁਰੀ ਤਰ੍ਹਾਂ ਨਾਲ ਸਾਨੂੰ ਸਰੀਆਂ ਨਾਲ ਮਾਰਿਆ ਗਿਆ, ਹੱਡੀਆਂ ਤੋੜਤੀਆਂ ਗਈਆਂ, ਸਿਰ ਪਾੜ ਦਿੱਤੇ ਗਏ ਜੀ। ਬਹੁਤ ਮਤਲਬ ਕਿ ਸਾਨੂੰ ਇੱਕ ਕਿਸਮ ਦਾ ਮੁਰਦਾ ਕਰਕੇ ਸੁੱਟ ਦਿੱਤਾ ਗਿਆ। ਲੇਕਿਨ ਇਨਸਾਫ ਮੰਗਦਿਆਂ ਤਾਂ ਮੈਂ 24 ਸਾਲ ਦਾ ਸੀ, ਅੱਜ ਮੈਂ 60 ਸਾਲ ਦਾ ਵਾਂ, ਇਨਸਾਫ ਨਹੀਂ ਮਿਲਿਆ। ਜੀ ਜੀ ਜੀ। ਇੱਕ ਕਾਲਾ ਹਿਰਨ ਮਾਰ ਦਿਓ ਤੇ ਉਹਦਾ ਮੁਕੱਦਮਾ ਚੱਲਦਾ, ਉਹਦਾ ਫੈਸਲਾ ਹੋ ਜਾਂਦਾ ਹੈ। ਸਾਡੀ ਨਿਆਂ ਪ੍ਰਣਾਲੀ ਕਿਹੋ ਜਿਹੀ ਹੈ, ਮੈਨੂੰ ਪੋਲੀਟੀਕਲ ਪਾਰਟੀਆਂ ਤੋਂ ਆਸ ਨਹੀਂ ਸੀਗੀ, ਕਦੀ ਵੀ ਨਹੀਂ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਜ਼ਖਮ ਦਿੱਤੇ ਅਸੀਂ ਉਹਨਾਂ ਕੋਲੋਂ ਇਨਸਾਫ ਮੰਗਦੇ ਸੀ। ਕੋਹਲੀ ਸਾਹਿਬ, ਉਹਨਾਂ ਨੇ ਸਾਨੂੰ ਇਨਸਾਫ ਨਹੀਂ ਸੀ ਦੇਣਾ। ਲੇਕਿਨ ਸੁਪਰੀਮ ਕੋਰਟ ਤੇ ਨਿਆਂ ਪ੍ਰਣਾਲੀ ਤਾਂ ਸਾਡਾ ਰੋਸ ਹੈਗਾ ਕਿ ਇਤਨਾ ਲੰਬਾ ਪੀਰੀਅਡ ਜਿਹੜਾ ਹੈਗਾ
ਇਹਨੂੰ ਠੀਕ- ਜੋ ਹੈ ਕਿਉਂ ਠੀਕ ਪਾਇਆ ਹੈ ਗਿਆ। ਕੋਹਲੀ ਸਾਹਿਬ, ਸਿੱਖਾਂ ਮੇਰਾ ਨੂੰ ਸਵਾਲ ਇਹ ਹੈ ਕਿਆ ਕਿ ਸਿੱਖ ਇਨਸਾਫ਼ ਜਿਹੜੀਆਂ ਦੇ ਲਾਇਕ ਕੋਈ ਵੀ ਨਹੀਂ? ਸਿਆਸੀ ਪਾਰਟੀ ਹੋਵੇ ਉਹ ਤੁਹਾਡੇ ਕੋਲ ਆਉਂਦੇ ਰਹੇ ਹੋਣੇ, ਉਹਨਾਂ ਦੇ ਨੁਮਾਇੰਦੇ ਆਉਂਦੇ ਰਹੇ ਹੋਣੇ, ਹਰ ਵਾਰੀ ਤੁਹਾਡੇ ਨਾਲ ਵਾਅਦੇ ਕੀਤੇ ਜਾਂਦੇ ਹੋਣੇ ਕਿ ਨੌਕਰੀ ਦੇ ਦਾਂਗੇ, ਘਰ ਦੇ ਦਾਂਗੇ, ਹਾਲਾਂਕਿ ਕੁਝ ਨੂੰ ਮਿਲ ਵੀ ਗਈ, ਪਰ ਇਨਸਾਫ ਦੀ ਜਦੋਂ ਗੱਲ ਆਉਂਦੀ ਸੀ ਤੁਸੀਂ ਉਹਨਾਂ ਸਾਹਮਣੇ ਗੱਲ ਤਾਂ ਰੱਖਦੇ ਹੋਣੇ ਕਿ ਆਹ ਮੁਲਜ਼ਮ ਨੇ, ਆਹ ਦੋਸ਼ੀ ਨੇ, ਤੁਸੀਂ ਇਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰਵਾਉਂਦੇ, ਕਿਉਂ ਨਹੀਂ ਸਾਡਾ ਸਾਥ ਦਿੰਦੇ? ਇਸ ਤਰ੍ਹਾਂ ਜੀ ਕਿ ਮੈਨੂੰ ਪੈਸਾ ਵੀ ਦਿੰਦੇ ਸੀ, ਮਕਾਨ ਵੀ ਦਿੰਦੇ ਸੀ, ਲੇਕਿਨ ਮੈਂ ਲੈਣ ਤੋਂ ਮਨਾ ਕੀਤਾ ਕਿ ਜਦ ਤੱਕ ਮੇਰੇ ਪਿਤਾ ਤੇ ਮੇਰੇ ਜੀਜਾ ਦਾ ਇਨਸਾਫ ਮੈਨੂੰ ਨਹੀਂ ਮਿਲਦਾ ਮੈਂ ਸਰਕਾਰਾਂ ਕੋਲੋਂ ਕੁਝ ਨਹੀਂ ਲੈਣਾ ਜੀ। ਲੇਕਿਨ ਜਦੋਂ ਹੁਣ SIT ਦੇ ਥਰੂ, ਇਹ SIT ਜਿਹੜੀ ਬਣਾਈ ਸੀ, ਸ਼ੁਰੂਆਤ ਜਦੋਂ ਮੇਰੀ ਫਾਈਲ ਬਣੀ ਸੀ ਕੇਜਰੀਵਾਲ ਸਾਹਿਬ ਨੂੰ ਮੈਂ ਟਾਈਮ ਲੈ ਕੇ ਮਿਲਿਆ ਸੀਗਾ ਦਿੱਲੀ, ਉਹਨਾਂ ਨੇ ਫਿਰ ਇਹ SIT ਬਣਾਈ ਸੀ ਔਰ ਉਹਦੇ ਵਿੱਚ ਮੇਰੀ ਜਿਹੜੀ ਇਹ ਐਪਲੀਕੇਸ਼ਨ ਜਿਹੜੀ ਹੈ ਉੱਥੇ ਗਈ ਸੀ ਤੇ ਫਿਰ ਜਿਹੜਾ ਜਦੋਂ ਦੁਬਾਰਾ ਕੇਜਰੀਵਾਲ ਸਰਕਾਰ ਤੋਂ ਬਾਅਦ ਜਿਹੜੀ ਹੈ ਇਹ SIT ਮੋਦੀ ਸਾਹਿਬ ਨੇ ਬਣਾਈ ਤੇ ਮੇਰਾ ਕੇਸ ਜਿਹੜਾ ਹੈਗਾ ਉਹਦੇ ਵਿੱਚ ਗਿਆ ਤੇ ਹੁਣ ਜਿਹੜਾ ਕੇਸ ਦਾ ਸਟੇਟਸ ਇਹ ਹੈਗਾ ਕਿ ਆਰਗੂਮੈਂਟ ਕੰਪਲੀਟ ਹੋ ਚੁੱਕੇ ਹੈ। ਠੀਕ ਹੈ ਸਰ। ਆਰਡਰ ਰਿਜ਼ਰਵ ਰੱਖ ਲਿਆ ਗਿਆ ਹੈ, ਕਿਸੇ ਵੀ ਟਾਈਮ ਆਰਡਰ ਆ ਸਕਦਾ ਹੈ, ਲੇਕਿਨ ਨਿਆਂ ਪ੍ਰਣਾਲੀ ਬਹੁਤ ਜ਼ਿਆਦਾ ਸੁਸਤ ਹੈ। ਠੀਕ ਹੈ ਨਿਆਂ ਪ੍ਰਣਾਲੀ ਸੁਸਤ ਹੈ। ਉਹੀ ਅਸੀਂ ਵੀ ਇਹ ਸਵਾਲ ਚੁੱਕ ਰਹੇ ਹਾਂ ਕਿ ਕਾਨੂੰਨੀ ਪ੍ਰਕਿਰਿਆ 'ਚ ਜੋ ਹੈ ਬਦਲਾਅ ਦੀ ਜ਼ਰੂਰਤ ਹੈ। 3 ਦਹਾਕੇ ਹੋ ਜਾਂਦੇ ਨੇ ਇੱਕ ਮਾਮਲੇ ਨੂੰ ਤੇ ਫੈਸਲਾ ਨਹੀਂ ਹੁੰਦਾ ਉੱਤੇ, ਕੋਈ ਜਿਹੜੇ ਦੋਸ਼ੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ, ਮੁਲਜ਼ਮ ਕਿਹਾ ਜਾ ਰਿਹਾ, ਉਹਨਾਂ ਨੂੰ ਸਜ਼ਾ ਨਹੀਂ ਮਿਲ ਰਹੀ। ਸਾਡੇ ਨਾਲ ਮਲੂਕਾ ਸਾਹਿਬ ਜੁੜੇ ਨੇ। ਮਲੂਕਾ ਸਾਹਿਬ, ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਜੋ ਹੁਣ ਕੈਪਟਨ ਅਮਰਿੰਦਰ ਸਿੰਘ ਬਿਆਨ ਦੇ ਰਹੇ ਨੇ? ਜਿਸ ਤਰ੍ਹਾਂ ਕੋਹਲੀ ਸਾਹਿਬ ਨੇ ਕਿਹਾ ਸੀ ਤਾਂ 3 ਦਹਾਕੇ ਤੋਂ ਇਹੀ ਕਹੀ ਜਾ ਰਹੇ ਹਾਂ, ਪਰ ਸਾਡੀ ਗੱਲ ਤਾਂ ਸੁਣੀ ਨਹੀਂ ਜਾ ਰਹੀ। ਕਿ ਤੁਹਾਨੂੰ ਲੱਗਦਾ ਕਿ ਕੈਪਟਨ ਸਾਹਿਬ ਦੇ ਬਿਆਨ ਨਾਲ ਕੋਈ ਫਰਕ ਪਏਗਾ? ਵੇਖੋ, ਬਿਲਕੁਲ ਗੱਲ ਇਹਨਾਂ ਦੀ ਠੀਕ ਹੈ ਕਿ ਜਿਹੜਾ ਦੇਰ ਨਾਲ ਇਨਸਾਫ ਮਿਲਦਾ ਉਹ ਕੋਈ ਇਨਸਾਫ ਨਹੀਂ ਹੁੰਦਾ। ਬਹੁਤ ਬੰਦੇ ਰੱਬ ਨੂੰ ਪਿਆਰੇ ਹੋ ਗਏ ਇੰਨੇ ਸਮੇਂ ਦੇ ਵਿੱਚ, ਕਿੰਨੇ ਗਵਾਹ ਰੱਬ ਨੂੰ ਪਿਆਰੇ ਹੋ ਗਏ ਨੇ। ਸਾਨੂੰ ਦੁੱਖ ਇਸ ਗੱਲ ਦਾ ਆਉਂਦਾ ਵੀ ਸਾਡੇ ਨਾਲ ਵਿਤਕਰਾ ਇਸ ਗੱਲ ਦਾ ਕਿਉਂ ਕੀਤਾ ਜਾਂਦਾ ਹੈ। ਇਹ ਕਤਲਾਮ ਜਿਹੜੀ ਪੰਜਾਬ ਦੇ ਵਿੱਚ ਵੀ ਹੋਈ, ਦਿੱਲੀ ਦੇ ਵਿੱਚ ਵੀ ਹੋਈ, ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਹੋਈ, ਗੁਜਰਾਤ ਦੇ ਵਿੱਚ ਵੀ ਇਹ ਮਸਲਾ ਉੱਠਿਆ ਸਾਥੋਂ ਕਾਫੀ ਸਾਲ ਬਾਅਦ। ਉੱਥੇ ਸੁਪਰੀਮ ਕੋਰਟ ਨੇ ਬਹੁਤ ਜਲਦੀ ਧਿਆਨ ਦੇ ਕੇ ਕਿੰਨੇ ਸਾਲ ਹੋ ਗਏ ਸਜ਼ਾਵਾਂ ਵੀ ਦਵਾਤੀਆਂ ਲੋਕਾਂ ਨੂੰ, ਪਰ ਪੰਜਾਬ ਦੇ ਵਿੱਚ 34 ਸਾਲ ਤੋਂ ਉੱਪਰ ਹੋ ਗਿਆ, ਹਲੇ ਤੱਕ ਸਜ਼ਾਵਾਂ ਦੇਣ ਵਾਲੇ ਪਾਸੇ ਕਦੇ SIT ਬਣ ਜਾਂਦੀ ਹੈ, ਕਦੇ ਉਹ ਕੇਸ ਬੰਦ ਕਰ ਦਿੰਦੀ ਹੈ। ਮੈਂ ਫਿਰ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਨੂੰ, ਸਾਡੀ ਮਾਨਯੋਗ ਅਦਾਲਤ ਹੈ ਬਹੁਤ ਵੱਡੀ, ਮੈਂ ਵੈਲਕਮ ਕਰਦਾ ਫਿਰ ਵੀ ਦੇਰ ਆਏ ਦਰੁਸਤ ਆਏ, ਪਰ ਨਾਲ ਅਪੀਲ ਕਰਦਾ ਕਿ ਹੁਣ ਇਉਂ ਨਾ ਛੱਡਿਆ ਜਾਵੇ, ਇੱਕ ਹੋਰ ਕਮਿਸ਼ਨ ਬਣਾ ਦਿਓ, ਫਿਰ ਉਹ 5-10 ਸਾਲ ਕੱਢ ਦੇ ਤੇ ਜਿਹੜਾ ਰਹਿੰਦਾ ਹੁੰਦਾ ਕੰਮ ਉਹ ਵੀ ਚਲਿਆ ਜਾਵੇ। ਸੋ ਜਿਵੇਂ ਗੁਜਰਾਤ 'ਚ ਸੁਪਰੀਮ ਕੋਰਟ ਨੇ ਕੀਤਾ ਸੀ, ਆਪ ਨਿਗਰਾਨੀ ਕੀਤੀ ਸੀ ਸਾਰੇ ਕੇਸਾਂ ਦੀ, ਟਾਈਮ ਬਾਉਂਡ ਕਰੇ, ਕਮਿਸ਼ਨ ਨੂੰ ਵੀ ਟਾਈਮ ਬਾਉਂਡ ਕਰੇ ਤੇ ਆਪ ਨਿਗਰਾਨੀ ਕਰੇ ਸਾਰੀ, ਤਾਂ ਇਹ ਜਿਹੜਾ ਸਾਰਾ ਕੋਈ ਇਨਸਾਫ ਦੀ ਆਸ ਹੋ ਸਕਦੀ ਹੈ। ਨਹੀਂ ਤਾਂ ਹੁਣ ਜਿਹੜਾ ਦਿਸੀ ਜਾਂਦਾ ਆਪਾਂ ਨੂੰ, ਜਿਹੜਾ ਇੰਨੇ ਸਾਲਾਂ 'ਚ ਇੱਕ ਬੰਦੇ ਨੂੰ ਵੀ ਨਾ ਸਜ਼ਾ ਮਿਲਣੀ, ਬਹੁਤ ਵੱਡੀ ਬੇਇਨਸਾਫੀ ਹੈ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਨਾਲ, ਹਿੰਦੁਸਤਾਨ ਦੇ ਵਿੱਚ। ਦੂਜੀ ਗੱਲ ਆ ਗਈ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਿ ਉਹਨਾਂ ਨੇ ਮੰਨਿਆ। ਇਹਨਾਂ ਨੂੰ ਵੀ ਬਹੁਤ ਚਿਰ ਪਹਿਲਾਂ ਇਹ ਗੱਲ ਕਹਿਣੀ ਚਾਹੀਦੀ ਸੀ, ਜੇ ਇਹਨਾਂ ਨੂੰ ਪਤਾ ਸੀ ਸਾਰੀ ਗੱਲ ਦਾ, ਇਹਨਾਂ ਨੂੰ ਬਹੁਤ ਸਮਾਂ ਪਹਿਲਾਂ ਉਸੇ ਵੇਲੇ ਕਹਿ ਦੇਣੀ ਚਾਹੀਦੀ ਸੀ, ਤਾਂ ਕਿ ਜਿਹੜੇ ਬੰਦਿਆਂ ਦੇ ਨਾਂ ਲਏ ਆ ਕਪਤਾਨ ਸਾਹਿਬ ਨੇ, ਉਹ ਬੰਦੇ ਕਾਂਗਰਸ ਦੇ ਬਹੁਤ ਜ਼ਿੰਮੇਵਾਰ ਬੰਦੇ ਨੇ, ਅਹੁਦਿਆਂ ਤੇ ਰਹੇ ਨੇ, ਵਜ਼ੀਰੀਆਂ MP ਦੇ ਅਹੁਦਿਆਂ ਤੇ ਰਹੇ ਨੇ। ਇੰਨੀ ਉਹਨਾਂ ਦੀ ਜ਼ਰੂਰਤ ਨਹੀਂ ਹੋ ਸਕਦੀ ਕਿ ਉਹ ਆਪ ਦੀ ਆਪ ਦਿੱਲੀ ਦੇ ਵਿੱਚ ਦੰਗੇ ਕਰਦੇ ਜਾਂ ਸਿੱਖਾਂ ਨੂੰ ਮਾਰਦੇ। ਦੰਗੇ ਤਾਂ ਆਪਾਂ ਲਫ਼ਜ਼ ਵਰਤ ਲੈਂਦੇ, ਦੰਗੇ ਤਾਂ ਹੈ ਹੀ ਨਹੀਂ ਸੀ। ਦੰਗੇ ਤਾਂ ਹੁੰਦੀ ਹੈ ਕਿ 2 ਕੌਮਾਂ 'ਚ ਲੜਾਈ ਹੋਵੇ। ਇਹ ਤਾਂ ਕਤਲਾਮ ਸੀ ਸਿੱਧਾ ਲੋਕਾਂ ਦੇ, ਇੱਕ ਕੌਮ ਦਾ, ਜਿਹਨੂੰ ਮਰਜ਼ੀ ਮਾਰੀ ਜਾਂਦੇ ਸੀ, ਟਾਇਰ ਗਲ 'ਚ ਪਾ ਕੇ, ਤੇਲ ਪਾ ਕੇ, ਜਿਵੇਂ ਵੀ ਕਿਸੇ ਦੇ ਲੋਟ ਆਇਆ ਉਹਨੇ ਉਵੇਂ ਕੀਤਾ, ਜੋ ਕਰ ਸਕਦੇ ਸੀ ਉਹ ਕੀਤਾ। ਉਹ ਇੰਨੀਆਂ ਦੁਖਦਾਈ ਤੇ ਦਰਦਨਾਕ ਘਟਨਾਵਾਂ ਸਨ ਜਿਨ੍ਹਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਮੈਂ ਤਾਂ ਇਹ ਵੀ ਕਹਿਣਾ ਕਿ ਇਹਦੇ ਪਿੱਛੇ ਪਤਾ ਕਰਨਾ ਚਾਹੀਦਾ ਹੈ ਕਿ ਇਹਨਾਂ ਦੇ ਪਿੱਛੇ ਕੌਣ ਸੀ। ਇਹ ਬੰਦੇ ਤਾਂ ਆ ਗਏ ਨੇ, ਕਪਤਾਨ ਸਾਹਿਬ ਨੇ ਦੱਸਤਾ, ਅਸੀਂ ਵੀ ਜਿਵੇਂ ਇਹਨਾਂ ਨੇ ਕਿਹਾ, ਅਸੀਂ ਵੀ ਸਾਰੇ ਕਿੱਦਾਂ ਦੇ ਇਹਨਾਂ ਦੇ ਨਾਂ ਲਈ ਜਾਂਦੇ ਆ। ਉਦੋਂ ਵੀ ਕੋਈ ਸੁਣੀ ਨਹੀਂ ਗਈ ਗੱਲ, ਕਿਸੇ ਨੇ ਇਨਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਹੁਣ ਢੁਗਾਈ ਨਾ ਸੁਪਰੀਮ ਕੋਰਟ ਨੂੰ, ਜਿੱਥੇ ਇਹ ਬੰਦਿਆਂ ਨੂੰ ਸਾਰਿਆਂ ਨੂੰ ਦੋਸ਼ੀ ਠਹਿਰਾ ਕੇ ਇਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਨਾ। ਹੁਣ ਤਾਂ ਲੋੜ ਹੀ ਨਹੀਂ ਪਈ, ਕਪਤਾਨ ਸਾਹਿਬ ਖੁਦ ਗਵਾਹ ਬਣ ਗਏ ਨੇ ਕਿ ਮੈਨੂੰ ਖੁਦ ਪਤਾ ਮੈਂ ਉੱਥੇ ਸੀਗਾ, ਹੁਣ ਤਾਂ ਹੋਰ ਕਿਸੇ ਗਵਾਹ ਦੀ ਵੀ ਲੋੜ ਨਹੀਂ। ਸੋ ਇਹਨਾਂ ਨੂੰ ਵੀ ਅਰੈਸਟ ਕਰੇ ਤੇ ਨਾਲ ਇਹਨਾਂ ਤੋਂ ਪੜਤਾਲ ਕਰੇ ਕਿ ਇਹਨਾਂ ਦੇ ਹੋਰ ਮਗਰ ਕੌਣ ਸੀ, ਤਾਂ ਕਿ ਜਿਹੜੀ ਅਸਲੀ ਕਹਾਣੀ ਹੈ ਜਿਹੜੀ ਹੋਈ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਦੇ ਨਾਲ, ਉਹਦੀ ਸਾਰਾ ਨੰਗੀ ਕੀਤੀ ਜਾ ਸਕੇ, ਉਹ ਲੋਕਾਂ ਦੇ ਸਾਹਮਣੇ ਆ ਸਕੇ ਕਿ ਕਿਉਂ ਹੋਇਆ ਆਜ਼ਾਦ ਭਾਰਤ ਦੇ ਵਿੱਚ ਸਿੱਖ ਕੌਮ ਦੇ ਨਾਲ, ਇਹ ਕਿਉਂ ਹੋਇਆ। ਠੀਕ ਹੈ। ਮਨਪ੍ਰੀਤ ਬੰਨੀ ਸਾਡੇ ਨਾਲ। ਬੰਨੀ ਜੀ, ਤੁਸੀਂ ਸੁਣਿਆ ਮਲੂਕਾ ਸਾਹਿਬ ਨੂੰ। ਮੇਰਾ ਸਵਾਲ ਵੀ ਇਹੀ ਹੈ ਕਿ ਆਖਰ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਅਜਿਹਾ ਬਿਆਨ ਦੇਣ ਦਾ ਮਕਸਦ ਕੀ ਹੈ? ਹੁਣ ਕਹਿਣ ਨਾਲ ਕੀ ਮਿਲ ਜਾਏਗਾ? ਇਸ ਤਰ੍ਹਾਂ ਨਾਲ ਕਿ ਇਹਨਾਂ ਨੂੰ ਇਨਸਾਫ ਮਿਲ ਜਾਏਗਾ, ਕਿ ਸੱਜਣ ਕੁਮਾਰ ਨੂੰ ਸਜ਼ਾ ਹੋ ਜਾਏਗੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੇ ਨਾਲ?
ਦੇਖੋ ਗੱਲ ਇਹ ਹੈ, ਇਹ ਕੈਪਟਨ ਸਾਹਿਬ ਨੇ ਪਹਿਲੀ ਵਾਰ ਨਹੀਂ ਕਿਹਾ ਹੈਗਾ। ਇਹ ਪਹਿਲਾਂ ਵੀ ਉਹਨਾਂ ਨੇ ਗੱਲਾਂ ਕੀਤੀਆਂ ਨੇ, ਦੱਸਿਆ ਹੈਗਾ, ਦੁਹਰਾਈਆਂ ਨੇ। ਔਰ ਜੇ ਤੁਹਾਨੂੰ ਯਾਦ ਹੋਵੇ ਤਾਂ ਸੀਐਮ ਸਾਹਿਬ ਉਹ ਇਕੱਲੇ ਸ਼ਖਸ ਸੀਗੇ ਜਿਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀਗਾ ਉਦੋਂ 84 ਦੇ ਵਿੱਚ। ਦੇਖੋ ਇਹਦੀ ਡੂੰਘਾਈ ਦੇ ਵਿੱਚ ਜਾਣ ਦੀ ਗੱਲ ਇਹ ਹੈਗੀ ਹੈ, ਜਿਹੜੇ ਆ ਬੰਦਿਆਂ ਨੇ ਜਿਹੜੇ ਵੀ ਨਾਮ ਲਏ ਨੇ, ਅੱਜ ਸੀਐਮ ਸਾਹਿਬ ਨੇ ਲਏ ਨੇ ਜਾਂ ਪਹਿਲਾਂ ਵੀ ਲਏ ਨੇ, ਇਹਨਾਂ ਨੇ ਕੋਈ ਕਾਂਗਰਸ ਪਾਰਟੀ ਦੇ ਬਤੌਰ ਇਹ ਕੰਮ ਨਹੀਂ ਕੀਤਾ ਹੈਗਾ। ਇਹ ਇੰਡੀਵਿਜੂਅਲ ਨਾਮ ਤੇ ਹੋ ਸਕਦਾ ਉਹਨਾਂ ਨੇ ਕੋਈ ਕੀਤਾ ਹੋਵੇ। ਔਰ ਅਜੇ ਵੀ ਇਹ ਕੋਰਟਾਂ ਨੇ ਫੈਸਲਾ ਦੇਣਾ ਹੈ, ਕੋਰਟਾਂ ਨੇ ਸਜ਼ਾ ਦੇਣੀ ਹੈ, ਕੋਰਟਾਂ ਨੇ ਗਿਲਟੀ ਠਹਿਰਾਉਣਾ ਹੈਗਾ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ। ਦੇਖੋ ਵਿਜ਼ਨ ਔਰ ਨੀਅਤ ਦੇਖੋ, ਸੀਐਮ ਸਾਹਿਬ ਨੇ ਆਪ ਇਹ ਗੱਲ ਅੱਜ ਪਹਿਲੀ ਵਾਰ ਨਹੀਂ ਕਹੀ, ਪਹਿਲਾਂ ਵੀ ਕਹੀ ਹੈ। ਸਾਡੇ ਕਾਂਗਰਸ ਦੇ ਟੌਪ ਲੀਡਰਸ਼ਿਪ ਨੇ, ਭਾਵੇਂ ਸੋਨੀਆ ਗਾਂਧੀ ਜੀ ਨੇ, ਭਾਵੇਂ ਡਾਕਟਰ ਮਨਮੋਹਨ ਸਿੰਘ ਜੀ ਨੇ ਜਾਂ ਰਾਹੁਲ ਗਾਂਧੀ ਜੀ ਨੇ, ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ, ਇਸ ਕਤਲੇਆਮ ਨੂੰ, ਇਸ ਦੰਗੇ ਨੂੰ ਕੰਡੈਮ ਵੀ ਕੀਤਾ, ਰਿਗਰੈਟ ਵੀ ਕੀਤਾ ਔਰ ਮਾਫੀ ਵੀ ਮੰਗੀ ਹੈ ਔਰ ਅਫਸੋਸ ਵੀ ਜ਼ਾਹਿਰ ਕੀਤਾ। ਪਰ ਸਰ ਫਿਰ ਉਹ ਬੰਦੇ ਪਾਰਟੀਆਂ ਚੋਂ ਕੱਢੇ ਕਿਉਂ ਕਿਉਂ ਕਹਿਣਾ ਨਹੀਂ? ਚਾਹਾਂਗਾ ਬੰਨੇ ਸੰਧੂ ਜੀ, ਮੈਨੂੰ ਗੱਲ ਪੂਰੀ ਇੱਕ ਕਰਨ ਦਿਓ ਗੱਲ ਮੈਂ ਜੀ। ਕਹਿਣਾ ਚਾਹਾਂਗਾ, ਮੈਨੂੰ ਗੱਲ ਪੂਰੀ ਕਰਨ ਨਵਾਜ਼ਿਆ ਗਿਆ। ਕੋਹਲੀ ਸਾਹਿਬ ਮੈਂ ਤੁਹਾਡੇ ਕੋਲ ਆਵਾਂਗਾ ਬਣੀ, ਫਿਰ ਉਹਨਾਂ ਨੂੰ ਕਿਉਂ ਪਾਰਟੀ ਚੋਂ ਨਹੀਂ ਕੱਢਿਆ ਗਿਆ? ਉਹ ਤਾਂ ਹੱਲੇ ਵੀ ਪਾਰਟੀ 'ਚ ਹੀ ਨੇ, ਉਹ ਹੱਲੇ ਵੀ ਕਾਂਗਰਸ ਦੇ ਆਗੂ ਵੱਜਦੇ ਨੇ। ਮੇਰੀ ਗੱਲ ਇੱਕ ਸ਼ਖਸ ਜੇ ਕੋਈ ਗਲਤ ਕੰਮ ਕਰਦਾ ਹੈ, ਮੇਰੀ ਗੱਲ ਸੁਣੋ ਸਰ, ਬਣੀ ਮੇਰੀ ਗੱਲ ਸੁਣੋ, ਜੇ ਇੱਕ ਸ਼ਖਸ ਕੋਈ ਗਲਤ ਕੰਮ ਕਰਦਾ ਹੈ ਪਾਰਟੀ 'ਚ ਰਹਿ ਕੇ, ਮੰਨ ਲਓ ਮੈਂ ਤੁਹਾਡੀ ਕਾਂਗਰਸ ਪਾਰਟੀ 'ਚ ਜਾਂ ਅਕਾਲੀ ਦਲ 'ਚ, ਜੇ ਮੈਂ ਕੋਈ ਗਲਤ ਕੰਮ ਕਰਦਾ ਤਾਂ ਮੈਨੂੰ ਕੱਢ ਦੇਣਾ ਚਾਹੀਦਾ ਪਾਰਟੀ 'ਚੋਂ। ਕਿਉਂ ਪਾਰਟੀ ਦੇ ਉੱਤੇ ਬਲੇਮ ਲੈਣਾ ਆਪਾਂ ਇੱਕ ਬੰਦੇ ਦੀ ਕਰਤੂਤ ਕਰਕੇ? ਨਹੀਂ ਮੇਰੀ ਇਹਦੇ 'ਚ ਪਾਰਟੀ ਦੀ ਗੱਲ ਨਹੀਂ ਹੈਗੀ ਹੈ। ਅਜੇ ਅਸੀਂ ਐਕਸੈਪਟ ਕਰਦੇ ਹਾਂ ਕਿ ਯੈਸ ਇਹ ਕਿਤੇ ਨਾ ਕਿਤੇ ਹੋ ਸਕਦਾ ਵੀ ਇਹ ਗਿਲਟੀ ਹੋਣ ਜਾਂ ਇਹ ਪਾਰਟ ਇਨਵੋਲਵਡ ਹੋਣਗੇ। ਜੋ ਅਸੀਂ ਗੱਲਾਂ ਸੁਣੀਆਂ ਨੇ ਲੋਕਾਂ ਦੇ ਉੱਥੇ ਹੇਰਸੇ ਤੋਂ ਗੱਲਾਂ ਸੁਣੀਆਂ ਨੇ, ਲੋਕਾਂ ਨੇ ਦੇਖ ਕੇ ਦੱਸੀਆਂ ਨੇ, ਅਸੀਂ ਮੰਨਦੇ ਹਾਂ ਵੀ ਕੋਈ ਨਾ ਕੋਈ ਗੱਲ ਹੋਊਗੀ ਤਾਂ ਹੀ ਆਈ ਹੈ। ਲੇਕਿਨ ਜਦ ਤੱਕ ਕੋਰਟ ਨੇ ਗਿਲਟੀ ਡਿਕਲੇਅਰ ਕਰਨਾ, ਕਿਸੇ ਨੂੰ ਵੀ, ਤੁਹਾਨੂੰ ਵੀ, ਮੈਨੂੰ ਵੀ, ਇਹਨਾਂ ਨੂੰ ਵੀ, ਕਿਸੇ ਨੂੰ ਵੀ ਕੋਰਟ ਨੇ ਗਿਲਟੀ ਡਿਕਲੇਅਰ ਕਰਨਾ ਹੈ। ਜਦ ਤੱਕ ਕੋਰਟ ਗਿਲਟੀ ਨਾ ਡਿਕਲੇਅਰ ਕਰੇ ਆਪਾਂ ਕਿਸੇ ਨੂੰ ਗਿਲਟੀ ਨਹੀਂ ਠਹਿਰਾਇਆ ਜਾ ਸਕਦਾ। ਜੀ ਠੀਕ। ਤੁਸੀਂ ਕਾਂਗਰਸ ਪਾਰਟੀ ਦੀ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਵੀ ਅਸੀਂ ਐਕਸੈਪਟ ਕਰਦੇ ਹਾਂ ਇਹਨਾਂ ਗੱਲਾਂ ਨੂੰ। ਅਕਾਲੀ ਦਲ ਵਾਲੇ ਤਾਂ ਐਕਸੈਪਟ ਨਹੀਂ ਕਰਦੇ। ਇਹਨਾਂ ਦੀ ਤਾਂ ਬੀਬੀ ਜਗੀਰ ਕੌਰ ਬੈਠੀ ਹੈਗੀ, ਉਹਨੇ ਆਪਣੀ ਧੀ ਮਾਰੀ ਹੈਗੀ ਹੈ, ਤੇ ਫਿਰ ਵੀ ਇਹ ਇੱਥੇ ਬਣੇ ਹੋਏ ਨੇ। ਮੈਂ ਗੱਲ ਨਹੀਂ ਕਰ ਰਿਹਾ, ਮੈਂ ਗੱਲ ਦਾ ਐਗਜ਼ਾਮਪਲ ਦੇ ਰਿਹਾ। ਉਹਦੇ ਤੇ ਅੱਡ ਬਹਿਸ ਕਰ ਰਹੇ ਵਿੱਚ ਨਹੀਂ ਗੱਲ ਕਰੀ ਯਾਰ, ਇਹਨੂੰ ਨਾ ਘਚੋਲਾ ਨਹੀਂ ਗੱਲ ਕਰੀ। ਜਦੋਂ ਗੱਲ ਕਰ ਰਹੇ ਹੋ ਤਾਂ ਗੱਲ ਦਾ ਸੰਧੂ ਸਾਹਿਬ ਗਲਤ ਘਚੋਲਾ ਨਾ ਗੱਲ ਜਵਾਬ ਦੇ ਦਿਓ ਜੋ ਮੈਂ ਐਗਜ਼ਾਮਪਲ ਦੇ ਰਿਹਾ ਜੀ, ਐਗਜ਼ਾਮਪਲ ਦੇਣਾ। ਉੱਥੇ ਫਿਰ ਕੋਰਟ ਚ ਕੰਪੇਅਰ ਕਰ ਰਹੇ ਉਹ ਵੀ ਕੋਰਟ ਬੰਨੇ ਸੰਧੂ ਜੀ ਤੁਸੀਂ ਜਿਹੜਾ ਐਗਜ਼ਾਮਪਲ ਦੇ ਰਹੇ ਹੋ ਬਿਲਕੁਲ ਗਲਤ ਐਗਜ਼ਾਮਪਲ ਦੇ ਰਹੇ ਹੋ। ਇਹ ਮੈਟਰ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਕਈ ਵਾਰੀ ਸੱਜਣ ਕੁਮਾਰ ਨੂੰ, ਜਗਦੀਸ਼ ਟਾਈਟਲਰ ਨੂੰ ਤੇ ਕਮਲਨਾਥ ਨੂੰ ਕਲੀਨ ਚਿੱਟ ਦੇ ਚੁੱਕੇ ਹੈ। ਤੁਹਾਡੇ ਇੱਥੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਗਲਤ ਗੱਲ ਕਰ ਰਹੇ ਹੋ। ਇਹ ਤੁਹਾਨੂੰ ਗਲਤਫਹਿਮੀ ਹੈਗੀ ਹੈ। ਸੀਐਮ ਸਾਹਿਬ ਨੇ ਹਮੇਸ਼ਾ ਇਹ ਨਾਮ ਜਿਹੜੇ ਅੱਜ ਲਏ ਨੇ, ਉਹਨਾਂ ਨੇ ਹਮੇਸ਼ਾ ਲਏ ਨੇ, ਪਹਿਲਾਂ ਵੀ ਲਏ ਨੇ। ਇਹ ਜੀ ਕੋਈ ਗੱਲ ਨਹੀਂ ਹੈਗੀ। ਬਚਾਅ ਵੀ ਕੀਤਾ ਉਹਨਾਂ ਨੇ, ਬਿਲਕੁਲ ਕੋਈ ਬਚਾਅ ਨਹੀਂ ਕਰ ਰਿਹਾ ਜੀ। ਠੀਕ ਹੈ ਬਣੀ, ਮੈਂ ਤੁਹਾਡੇ ਕੋਲ ਆਵਾਂਗਾ, ਮੈਂ ਤੁਹਾਨੂੰ ਰੋਕਣਾ ਚਾਹਾਂਗਾ ਇੱਕ ਮਿੰਟ, ਪਰ ਸਵਾਲ ਠੀਕ ਹੈ ਮਲੂਕਾ ਸਾਹਿਬ, ਮੈਂ ਤੁਹਾਡੇ ਕੋਲ ਵੀ ਆਵਾਂਗਾ। ਫੈਰੀ ਸੋਬਤ ਨੂੰ ਸ਼ਾਮਲ ਕਰ ਲਈਏ। ਫੈਰੀ, ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ? ਇੱਕ ਸੁਪਰੀਮ ਕੋਰਟ ਨੇ SIT ਬਣਾਤੀ, ਚਲੋ ਠੀਕ ਹੈ, ਤੇ 34 ਸਾਲ ਬਾਅਦ ਇੱਕ ਹੋਰ SIT ਬਣ ਗਈ ਹੈ। ਇਹ ਪਤਾ ਨਹੀਂ ਕਦੋਂ ਤੱਕ ਇਹਦੀ ਜਾਂਚ ਕੰਪਲੀਟ ਹੋਵੇਗੀ। ਠੀਕ ਹੈ, ਚਲੋ ਚੰਗੀ ਗੱਲ SIT ਬਣੀ, ਪਰ ਜੋ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਹੈ ਉਸ ਨੂੰ ਤੁਸੀਂ ਕੀ ਦੇਖਦੇ ਹੋ? ਉਸ ਦੀ ਟਾਈਮਿੰਗ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕੁਝ ਹੋਰ ਹੀ ਇਸ਼ਾਰਾ ਕਰ ਰਹੀ ਹੈ? ਨਹੀਂ ਦੇਖੋ, ਕੈਪਟਨ ਸਾਹਿਬ ਦੇ ਇੱਕ ਤਾਂ ਬਿਆਨ ਦਾ ਨਹੀਂ ਪਤਾ ਲੱਗਦਾ। ਕਿਸੇ ਟਾਈਮ ਦੇ ਉੱਤੇ ਖੁਦ ਹੀ ਕਲੀਨ ਚਿੱਟ ਦੇ ਦਿੰਦੇ ਨੇ, ਕਿਸੇ ਟਾਈਮ ਖੁਦ ਹੀ ਅਕਿਊਜ਼ਡ ਡਿਕਲੇਅਰ ਕਰ ਦਿੰਦੇ ਨੇ। ਤੇ ਪਹਿਲਾਂ ਵੀ ਮਤਲਬ ਇਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ, ਸੱਜਣ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਸੀ। ਅੱਜ ਫਿਰ ਦੁਬਾਰਾ ਹੁਣ ਚਲੋ ਬਿਆਨ ਆ ਗਿਆ ਕਿ ਇਹ ਅਕਿਊਜ਼ ਨੇ। ਹੁਣ ਕਾਂਗਰਸ ਪਾਰਟੀ ਬਿਆਨ ਪੂਰਾ ਪੜਿਆ ਨਹੀਂ ਹੈ, ਸੁਣਿਆ ਨਹੀਂ। ਸੀਐਮ ਪੰਜਾਬ ਨੇ ਕਾਂਗਰਸ ਪਾਰਟੀ ਦੇ ਤੋਂ ਹੀ ਸੀਐਮ ਪੰਜਾਬ ਬਿਆਨ ਦੇ ਰਹੇ ਨੇ ਕਿ ਸੱਜਣ ਸਿੰਘ ਅਕਿਊਜ਼ ਵੀ ਇਹਦੇ ਵਿੱਚ ਮੇਨ ਅਕਿਊਜ਼ਡ ਹੈਗੇ ਨੇ। ਸੱਜਣ ਕੁਮਾਰ ਮੇਨ ਅਕਿਊਜ਼ ਹੈਗੇ ਨੇ। ਉਹਦੇ ਬਾਵਜੂਦ ਉਹਨਾਂ ਨੂੰ ਅਹੁਦੇ ਦਿੱਤੇ ਜਾਂਦੇ ਨੇ ਕਾਂਗਰਸ ਦੇ ਵਿੱਚ। ਉਹ ਸਾਰੇ ਅਹੁਦਿਆਂ ਦੇ ਉੱਤੇ ਬੈਠੇ ਨੇ ਕਿ ਇਹ ਮਤਲਬ ਬੰਨੀ ਸਾਹਿਬ ਨੇ ਕਿਹਾ ਕਿ ਹਜੇ ਤੱਕ ਅਕਿਊਜ਼ ਜਿਹੜੇ ਨੇ ਇਹ ਗਿਲਟੀ ਪ੍ਰੂਵ ਨਹੀਂ ਹੋਏ, ਕਿ ਹਜੇ ਵੀ ਇਹਨਾਂ ਨੂੰ ਗਿਲਟੀ ਪ੍ਰੂਵ ਕਰਨ ਦੀ ਆਪਣਾ ਤੁਹਾਡਾ ਸੁਖਪਾਲ ਖਹਿਰਾ ਅਕਿਊਜ਼ਡ ਹੈਗਾ, ਉਹਨੂੰ ਹਟਾ ਦਿਓ। ਸਟੇ ਹੋਇਆ ਸੁਖਪਾਲ ਖਹਿਰਾ ਅਕਿਊਜ਼ਡ ਹੈਗਾ, ਉਹਨੂੰ ਹਟਾ ਦਿਓ। ਸਰ ਮੈਂ ਕਹਾਂਗਾ ਉਹਦੇ ਵਿੱਚ ਸਟੇ ਹੋਇਆ ਹੈ ਤੇ ਇੱਕ ਤੁਸੀਂ ਦੀ ਗੱਲ ਨਾ ਛੇੜ ਗਿਆ। ਮੁੱਦੇ ਤੋਂ ਨਾ ਭਟਕਾਓ। 84 ਦੇ ਦੰਗਿਆਂ ਦੀ ਚੱਲੀਏ, ਮੁੱਦੇ ਦੇ ਉੱਤੇ ਰਹੋ। ਮੁੱਦੇ ਤੇ ਹੈ ਤੁਸੀਂ ਗਲਤ ਤੋਲਦੇ ਹੋ ਹਰ ਚੀਜ਼ ਨੂੰ। ਦੇ ਆਰ ਮੇਨ ਅਕਿਊਜ਼ਡ ਇਨ 1984 ਰਾਈਟ ਕੇਸ
ਤੇ ਹਜੇ ਵੀ ਇੰਨੇ ਸਾਲਾਂ ਦੇ ਵਿੱਚ ਇਹਨਾਂ ਨੂੰ ਕੀ ਕਹਿੰਦੇ ਆ, ਕੋਈ ਕਿਸੇ ਤਰ੍ਹਾਂ ਦੀ ਕਲੀਨ ਚੀਟ ਕੁਛ ਹੈ ਜੀ ਨਹੀਂ, ਖੁਦ ਹੀ ਆਪਸ ਦੇ ਵਿੱਚ ਹੀ ਕਲੀਨ ਮੈਂ ਚੀਟ ਕਹਿ ਦੇ ਰਿਹਾ ਕੇ ਜੀ ਜੇ ਉਹਨਾਂ ਨੂੰ ਸਜ਼ਾ ਹੁੰਦੀ ਅਸੀਂ ਉਹਨੂੰ ਵੈਲਕਮ ਕਰਾਂਗੇ। ਵੈਲਕਮ ਕਰਾਂਗੇ ਤਾਂ ਉਹਨਾਂ ਤੋਂ ਤੁਸੀਂ ਕਿਉਂ ਨਹੀਂ ਕਹੋਗੇ ਅਸੀਂ ਸਜ਼ਾ ਦੇਣ ਵਾਲੇ ਥੋੜੀ ਹੈਗੇ ਆ, ਫਿਰ ਕੋਰਟ ਇੱਕ ਸਜ਼ਾ ਦੇਵੇ ਅਸੀਂ ਵੈਲਕਮ ਫਿਰ ਕਰਾਂਗੇ। ਫਿਰ ਤੁਸੀਂ ਇੱਕ ਸਟੈਂਡ ਦੇ ਉੱਤੇ ਰਹੋ ਨਾ, ਜਾਂ ਤਾਂ ਤੁਸੀਂ ਉਹਨਾਂ ਦੇ ਫੇਵਰ ਦੇ ਵਿੱਚ ਖੜੇ ਹੋ ਜਾਓ। ਅਸੀਂ ਕਿਸੇ ਅਕਿਊਜ਼ ਦੀ ਹਿਮਾਇਤ ਨਹੀਂ ਕਰਾਂਗੇ। ਜੇ ਤੁਹਾਨੂੰ ਉਹ ਗਿਲਟੀ ਲੱਗਦੇ ਨੇ ਤਾਂ ਉਹਨਾਂ ਨੂੰ ਬਾਹਰ ਕੱਢੋ ਪਾਰਟੀ ਦੇ ਵਿੱਚੋਂ। ਤੁਸੀਂ ਉਹਨਾਂ ਦਾ ਸਮਰਥਨ ਕਰਕੇ ਤਾਂ ਇੱਕ ਤਰ੍ਹਾਂ ਦਾ ਤੁਸੀਂ 1984 ਦੇ ਰਾਈਟਸ ਦਾ ਸਮਰਥਨ ਕਰਦੇ ਹੋ। ਅੱਜ ਵੀ ਰਾਹੁਲ ਗਾਂਧੀ ਜੀ ਨੇ ਸੰਗਠਨ ਦੇ ਕੰਮਾਂ ਦੇ ਵਿੱਚ ਉਹਨਾਂ ਨੂੰ ਬਹੁਤ ਉੱਚੇ ਅਹੁਦੇ ਦੇ ਉੱਤੇ ਬਿਠਾਇਆ ਹੋਇਆ ਹੈ। ਜੀ ਉਹੀ ਉਹਨਾਂ ਦੀ ਜਗ੍ਹਾ ਕੋਹਲੀ ਸਾਹਿਬ ਮੇਰਾ ਸਵਾਲ ਉਹੀ ਸੀਗਾ। ਉਹਨਾਂ ਨੂੰ ਉਹਦੇ ਜੀ ਕੋਹਲੀ ਸਾਹਿਬ ਮੇਰਾ ਸਵਾਲ ਬਣੀ ਤੋਂ ਉਹੀ ਸੀਗਾ। ਬਣੀ ਜੀ ਮੇਰਾ ਸਵਾਲ ਉਹੀ ਹੈ, ਠੀਕ ਹੈ। ਮੈਂ ਮਲੂਕਾ ਸਾਹਿਬ ਇੱਕ ਮਿੰਟ ਤੁਹਾਡੇ ਕੋਲ ਆਉਂਗਾ। ਬਣੀ ਤੋਂ ਇੱਕ ਸਵਾਲ ਲੈ ਲਾਂ। ਬਣੀ ਜੀ एक मिनट मलूका साहब आवांगा। बनी जी पर सवाल ये ठीक है, राहुल गांधी ने कहता, साबका प्रधानमंत्री मनमोहन सिंह ने कहता, सोनिया गांधी ने कहता, पर वो बंदे फिर भी उच्च अहुदे नाल नवाजे गए। मैं कह रहा गुरप्रीत जी हो सकता है कि वो भी एक्शन पार्टी लवे। कदों सर 34 साल तो हो गए, हले एक्शन लेना है। 33 साल हो चुके, मेरी गल तो सुन लो। जी जी मेरी गल तो सुन लो। जी 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 सुनाओ। देखो ਇਹ ਪਾਰਟੀ ਨੇ ਫੈਸਲਾ ਕਰਨਾ ਹੈ, ਹੋ ਸਕਦਾ ਅੱਗੇ ਨੈਕਸਟ ਸਟੈਪ ਇਹ ਵੀ ਹੋਵੇ, ਲੇਕਿਨ ਅਜੇ ਉਹ ਗਿਲਟੀ ਨਹੀਂ ਕੋਈ ਵੀ ਹੋਇਆ ਹੈਗਾ। ਸੋ ਇਸ ਲਈ ਆਪਾਂ ਕਹੀਏ ਵੀ ਕਿਸੇ ਨੂੰ ਗਿਲਟੀ ਹੋਣ ਤੋਂ ਬਿਨਾਂ ਸਜ਼ਾ ਦੇ ਦਈਏ, ਇਹ ਵੀ ਗਲਤ ਹੋਊਗਾ। ਅਸੀਂ ਹਿਮਾਇਤ ਨਹੀਂ ਕਰ ਰਹੇ ਕਿਸੇ ਦੀ, ਪਲੀਜ਼ ਨੋਟ ਮਾਈ ਵਰਡਸ, ਅਸੀਂ ਹਿਮਾਇਤ ਨਹੀਂ ਕਰ ਰਹੇ। जिस तरह अमरिंदर सिंह ने अज कहता है कि मैं दिल्ली दे विच जगह जगह ते जाके जदों घुम्या ते लोकां ने सानू दस्सिया कि ਜਿਹੜੇ ਲੋਕ ਨੇ ਅਕਿਊਜ਼ਡ ਹੈਗੇ ਆ, ਅਮਰਿੰਦਰ ਸਿੰਘ ਨੂੰ ਚੁੱਪ ਨਹੀਂ ਸੀ ਬਹਿਣਾ ਚਾਹੀਦਾ। ਜਿਸ ਤਰ੍ਹਾਂ ਅਸੀਂ ਪਿਛਲੇ 33-34 ਸਾਲ ਤੋਂ ਗੱਜ ਵਜਾ ਕੇ ਕਹਿ ਰਹੇ ਹਾਂ ਪਹਿਲਾਂ ਬੜੀ ਵਾਰ ਬੋਲ ਚੁੱਕੇ ਨੇ ਕਮਲਨਾਥ, ਇਹ ਤਾਂ ਪਹਿਲੀ ਵਾਰ ਥੋੜੀ ਹੈ, ਪਹਿਲਾਂ ਕਈ ਵਾਰ ਦੱਸ ਚੁੱਕੇ ਨੇ। ਠੀਕ ਹੈ ਸਰ, ਠੀਕ ਹੈ ਕੋਹਲੀ ਸਾਹਿਬ, ਉਹਨਾਂ ਨੂੰ ਤੁਸੀਂ ਉੱਚੀਆਂ ਪਦਵੀਆਂ ਕਿਉਂ ਦੇ ਰਹੇ ਹੋ? ਜੀ ਪਹਿਲਾਂ ਵੀ ਸੀਐਮ ਸਾਹਿਬ ਠੀਕ ਹੈ ਬਨੀ ਸਾਹਿਬ। ਮਲੂਕਾ ਜੀ ਗੁਰਪ੍ਰੀਤ ਜੀ 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 ਸਰ। ਗੁਰਪ੍ਰੀਤ ਜੀ ਬੜੀ ਸੰਧੂ ਸਾਹਿਬ ਹਾਸੋਹੀਣੀ ਗੱਲ ਨੂੰ ਪਾਈ ਫਿਰਦੇ ਇਸ ਐਡਾ ਗੰਭੀਰ ਮਸਲਾ ਹੈ ਜਿਹਦੇ ਚ ਨਾ ਸਾਰੇ ਅਸੀਂ ਇਹ ਵੀ ਜੁੜੇ ਹੋਏ ਨੇ, ਇਹ ਵੀ ਵਿੱਚ ਇਸ ਦੇ ਜੁੜੇ ਹੋਏ ਨੇ, ਇਹ ਵੀ ਪੰਜਾਬੀ ਨੇ, ਇਹ ਵੀ ਸਿੱਖ ਨੇ, ਇਹ ਵੀ ਜੁੜੇ ਹੋਏ ਨੇ। ਮੈਨੂੰ ਹੈਰਾਨੀ ਇਸ ਗੱਲ ਦੇ ਉੱਤੇ, ਇੱਕ ਪਾਸੇ ਮਾਫੀਆਂ ਮੰਗੀ ਜਾਂਦੇ ਨੇ ਕਿ ਸਾਥੋਂ ਗਲਤੀ ਹੋਈ ਹੈ, ਇੱਕ ਪਾਸੇ ਮੁੱਖ ਮੰਤਰੀ ਤੋਂ ਵੱਡਾ ਤਾਂ ਕੋਈ ਬੰਦਾ ਨਹੀਂ ਹੁੰਦਾ ਸਟੇਟ ਦਾ, ਕਾਂਗਰਸ ਦਾ ਬਹੁਤ ਵੱਡਾ ਲੀਡਰ ਹੈ ਮੁੱਖ ਮੰਤਰੀ ਜੀ, ਉਹਨੇ ਕਹਿਤਾ ਕਿ ਇਹ ਦੋਸ਼ੀ ਹੈ। ਹੋਰ ਕਿਹੜੇ ਸਬੂਤਾਂ ਦੀ ਲੋੜ ਹੈ ਇਹਨਾਂ ਨੂੰ? ਹੋਰ ਦੋਸ਼ੀ ਕਿਵੇਂ ਹੋਣਗੇ? ਇਹਦਾ ਮਤਲਬ ਜਾਂ ਤਾਂ ਇਹਨਾਂ ਦਾ ਮੁੱਖ ਮੰਤਰੀ ਝੂਠ ਬੋਲਦਾ ਹੈ ਤੇ ਜਾਂ ਇਹ ਸੰਧੂ ਸਾਹਿਬ ਝੂਠ ਬੋਲਦੇ ਨੇ ਕਿ ਉਹ ਦੋਸ਼ੀ ਨਹੀਂ ਹੈਗੇ ਆ। ਅਸੀਂ ਗੱਲ ਕਿਹਾ ਕੋਰਟ ਦੇ ਮੈਂ ਇੱਕ ਵਾਰ ਨਹੀਂ ਕਿਹਾ ਦੋਸ਼ੀ ਨਹੀਂ ਹੈਗੇ, ਮੈਂ ਇਹ ਨਹੀਂ ਕਿਹਾ ਵੀ ਦੋਸ਼ੀ ਨਹੀਂ ਹੈਗੇ। ਕਰ ਜਾ 2 ਮਿੰਟ ਆਪਦੇ ਦੋਸ਼ੀ ਕੋਰਟ ਨੇ ਡਿਕਲੇਅਰ ਕਰਨਾ। ਕਿਸੇ ਗੱਲ 'ਚ ਰੌਲਾ ਨਾ ਪਾਇਆ ਕਰੋ, ਕਿਸੇ ਨੂੰ ਵੀ ਕਰਕੇ ਨਾ ਹੁਣ ਮਨਪ੍ਰੀਤ ਬਣੀ ਉਹਨਾਂ ਨੂੰ ਗੱਲ ਕੰਪਲੀਟ ਕਰਨ ਤੋਂ ਮੈਂ ਤੁਹਾਡੇ ਕੋਲ ਜਵਾਬ ਦੇਵਾਂਗਾ। ਗਲਤ ਬਿਆਨੀ ਨਹੀਂ ਕਰਨੀ, ਚੁੱਪ ਕਰਕੇ ਸੁਣ ਲਓ। ਗਲਤ ਬਿਆਨੀ ਨਹੀਂ ਕਰਨੀ, ਮਨਪ੍ਰੀਤ ਬਿਆਨੀ ਨਹੀਂ ਕਰਨੀ, ਫਿਰ ਗਲਤ ਬਿਆਨੀ ਵੀ ਨਹੀਂ ਕਰਨੀ। ਅੱਛਾ, ਉਹਦੇ 'ਚ ਇਹ ਹੈ ਕਿ ਜੇ ਮੰਨਦੀ ਹੈ ਕਾਂਗਰਸ ਪਾਰਟੀ ਕਿ ਮਾਫੀਆਂ ਮੰਗ ਰਹੀ ਹੈ, ਸਾਥੋਂ ਗਲਤੀ ਹੋਈ ਹੈ, ਤੇ ਫਿਰ ਰੌਲਾ ਕਿੱਥੇ ਰਹਿ ਗਿਆ? ਫਿਰ ਸਜ਼ਾ ਕਿਉਂ ਨਹੀਂ ਦਿੱਤੀਆਂ ਹੁਣ ਤੱਕ? ਜੇ ਕਲੇਮ ਕਰ ਲਿਆ ਕਿ ਸਾਥੋਂ ਗਲਤੀ ਹੋਈ ਆ, ਮਾਫੀ ਦੇ ਦਿਓ, ਫਿਰ ਸੋਨੀਆ ਗਾਂਧੀ ਨੇ ਵੀ ਮੰਗ ਲਈ, ਮਨਮੋਹਨ ਸਿੰਘ ਨੇ ਵੀ ਮੰਗ ਲਈ, ਰਾਹੁਲ ਗਾਂਧੀ ਨੇ ਵੀ ਮੰਗ ਲਈ। ਠੀਕ ਹੈ ਮਲੂਕਾ ਸਾਹਿਬ, ਤੁਸੀਂ ਚੰਗਾ ਪੁਆਇੰਟ ਚੁੱਕਿਆ। ਇਹੀ ਗੱਲਾਂ ਤਾਂ ਸਾਰੀਆਂ ਜੀ ਮਲੂਕਾ ਸਾਹਿਬ, ਇਹੀ ਗੱਲ ਤਾਂ ਸਾਰੇ ਲੋਕ ਕਹਿੰਦੇ ਆ, ਇਹੀ ਗੱਲ ਤਾਂ ਸਾਰੇ ਕਾਂਗਰਸ ਬਣੀ ਤੁਸੀਂ ਹੁਣੇ ਕਹਿ ਰਹੇ ਸੀਗੇ। ਮੈਂ ਤਾਂ ਕਹਿੰਦਾ ਜਿਹੜੀ ਐਸਆਈਟੀ ਨੇ 200 ਕੁਝ ਬੰਦੇ, ਇੱਕ ਮਿੰਟ ਜੀ ਗੁਰਪ੍ਰੀਤ ਜੀ, ਜਿਹੜੇ 200 ਕੁਝ ਬੰਦੇ ਛੱਡੇ ਆ ਐਸਆਈਟੀ ਨੇ, ਮੈਂ ਤਾਂ ਕਹਿੰਦਾ ਉਹਦੇ ਤੇ ਵੀ ਐਕਸ਼ਨ ਹੋਣਾ ਚਾਹੀਦਾ। ਉਹਨਾਂ ਨੇ ਕਿਉਂ ਛੱਡਤੇ ਜਿਹੜੇ ਦੋਸ਼ੀ ਸੀ? ਕਿਉਂ ਪਹਿਲਾਂ ਬੰਦ ਕੀਤੀਆਂ 241 ਬੰਦਿਆਂ? ਪਰ ਮਲੂਕਾ ਸਾਹਿਬ ਮੇਰਾ ਸਵਾਲ ਤੁਹਾਡੇ ਤੋਂ ਵੀ ਹੈ, ਮੇਰਾ ਸਵਾਲ ਤੁਹਾਡੇ ਤੋਂ ਵੀ ਹੈ ਕਿ ਮੋਦੀ ਗਵਰਨਮੈਂਟ ਨੇ ਜੋ ਐਸਆਈਟੀ ਬਣਾਈ ਹੈ, ਸਰ ਮੋਦੀ ਗਵਰਨਮੈਂਟ ਨੇ ਜੋ ਐਸਆਈਟੀ ਬਣਾਈ ਹੈ ਉਹਨੇ ਜਲਦਬਾਜ਼ੀ ਨਹੀਂ ਕੀਤੀ 241 ਕੇਸ ਬੰਦ ਕਰਨ ਚ। ਜੀ ਮੈਂ ਤੁਹਾਡੀ ਗੱਲ ਪੂਰੀ ਸੁਣੂਗਾ ਪਰ ਮੇਰਾ ਸਵਾਲ ਸੁਣ ਲਓ ਸਰ। ਮੈਂ ਉਹੀ ਕਹਿਣਾ ਕਿ ਸੁਪਰੀਮ ਕੋਰਟ ਨੂੰ ਹੁਣ ਸਾਰਾ ਕੇਸ ਆਪਦੇ ਹੱਥ 'ਚ ਲੈ ਕੇ ਫਾਸਟ ਟਰੈਕ ਅਦਾਲਤਾਂ ਬਣਾ ਕੇ ਇਹਨੂੰ 7-6 ਮਹੀਨਿਆਂ ਦੇ ਵਿੱਚ ਸਾਰੇ ਕੰਮ ਨੂੰ ਨਿਬੇੜਨਾ ਚਾਹੀਦਾ। ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਹੜੇ ਬੰਦਿਆਂ ਦੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹੋਰ ਮੁਆਵਜ਼ਾ ਦੇਣਾ ਚਾਹੀਦਾ। ਠੀਕ ਹੈ ਸਰ। ਮਲੂਕਾ ਸਾਹਿਬ ਬਹੁਤ ਲੇਟ ਹੋ ਗਿਆ। ਮਲੂਕਾ ਸਾਹਿਬ ਸਵਾਲ ਇਹ ਹੈ, ਇਨਸਾਫ ਹੀ ਨਹੀਂ ਹੁੰਦਾ। ਠੀਕ ਹੈ, ਇਨਸਾਫ ਨਹੀਂ ਹੁੰਦਾ, ਪਰ ਜਿਹੜੀ ਐਸਆਈਟੀ ਕੇਜਰੀਵਾਲ ਨੇ ਬਣਾਈ ਸੀ ਕਿ ਉਹ ਕੰਮ ਨਾ ਕਰਦੀ ਜੋ ਹੁਣ ਵਾਲੀ ਐਸਆਈਟੀ ਕਰ ਰਹੀ ਹੈ? ਫਿਰ ਤੁਸੀਂ ਮੋਦੀ ਸਾਹਿਬ ਨੇ ਆਪਣੀ ਐਸਆਈਟੀ ਕਿਉਂ ਨਵੀਂ ਬਣਾਤੀ ਸੀਗੀ? ਉਸ ਤੋਂ ਡਰ ਕੇ ਬਣਾਤੀ ਸੀਗੀ? ਮੈਂ ਗੁਰਪ੍ਰੀਤ ਜੀ ਸੁਣ ਲਓ ਗੁਰਪ੍ਰੀਤ ਜੀ, ਮੈਂ ਸਪਸ਼ਟ ਕਿਹਾ ਕਿ ਐਸਆਈਟੀ ਨੇ ਜੇ ਵੀ ਗਲਤ ਕੰਮ ਕੀਤਾ ਹੈ ਉਹਨੂੰ ਵੀ ਸਜ਼ਾ ਦੇਣੀ ਚਾਹੀਦੀ ਹੈ। ਮੈਂ ਤਾਂ ਕਿਹਾ ਇੱਥੇ ਜੇ 241 ਕੇਸ ਉਹਨਾਂ ਨੇ ਗਲਤ ਬੰਦ ਕੀਤੇ ਆ, ਪੜਤਾਲ ਕਰਕੇ ਉਹਨਾਂ ਨੂੰ ਵੀ ਸਜ਼ਾ ਦੇਣੀ ਚਾਹੀਦੀ ਹੈ।
ਠੀਕ ਹੈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਮੈਂ ਉਮੀਦ ਕਰਦਾ ਕਿ ਤੁਸੀਂ ਤੁਹਾਡੀ ਪਾਰਟੀ ਜਾ ਕੇ ਮੰਗ ਕਰੇਗੀ ਸੈਂਟਰ ਕੋ ਕਿ ਜਿਹੜੀ SIT ਤੁਸੀਂ ਬਣਾਈ ਹੈ ਉਹ ਗਲਤ ਕੰਮ ਕਰ ਰਹੀ ਹੈ, ਉਸ ਤੇ ਕਾਰਵਾਈ ਕੀਤੀ ਜਾਵੇ। ਅਜਿਹੀ ਮੰਗ ਕਰੇਗੀ ਤੁਹਾਡੀ ਪਾਰਟੀ ਕਿ ਹਾਂ ਵੀ ਕੇਸ ਤੇਜ਼ ਕੀਤੇ ਜਾਣ। ਆਰਡਰ ਦੇ ਵਿੱਚ ਮੈਂ ਤਾਂ ਮੰਗ ਕਰੀ ਜਾਂਦਾ ਇੱਥੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਜਿਹੜਾ ਕੱਲ ਆਰਡਰ ਪਾਸ ਕੀਤਾ ਹੈ, ਜੀ ਠੀਕ ਹੈ ਜਿਹਨੇ ਗਲਤ ਕੰਮ ਕੀਤਾ ਜੀ ਫੈਰੀ ਮੈਂ ਬਣੀ ਆਵਾਂਗਾ ਇੱਕ ਮਿੰਟ। ਫੈਰੀ ਕਿਸੇ ਨੇ ਬਣਾਈ ਹੈ, ਚਾਹੇ BJP ਨੇ ਬਣਾਈ ਹੈ, ਚਾਹੇ ਅਕਾਲੀ ਦਲ ਨੇ ਬਣਾਈ ਹੈ, ਜੀ ਠੀਕ ਹੈ ਮਲੂਕਾ ਸਾਹਿਬ, ਚਾਹੇ ਆਮ ਆਦਮੀ ਪਾਰਟੀ ਨੇ ਬਣਾਈ ਹੈ। ਜੇ SIT ਨੇ ਗਲਤ ਕੰਮ ਕੀਤਾ ਹੈ ਤਾਂ ਉਹ ਅਫਸਰ ਹੀ ਜਿਹਨੇ ਕੀਤਾ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਠੀਕ ਹੈ ਸਜ਼ਾ ਕਿਸੇ ਨੇ ਬਣਾਈ ਹੈ। ਜਿਹੜੀ ਸੁਪਰੀਮ ਕੋਰਟ ਨੇ ਸੁਪਰਵਾਈਜ਼ਰੀ ਕਮੇਟੀ ਬਣਾਈ ਸੀ ਕਿ SIT ਨੇ ਜੋ ਮਤਲਬ ਕਲੀਨ ਚਿਟ ਦਿੱਤੀਆਂ ਜਾਂ ਜਿਹੜੇ ਕੇਸਿਸ ਬੰਦ ਕੀਤੇ ਆ, ਉਹਦੇ ਉੱਪਰ ਇੱਕ ਸੁਪਰਵਾਈਜ਼ਰੀ ਕਮੇਟੀ ਬਣਾਈ ਸੀ 2 ਹਾਈ ਕੋਰਟ ਜੱਜਿਸ ਦੀ। ਜੀ ਉਹ ਸੁਪਰਵਾਈਜ਼ਰੀ ਕਮੇਟੀ ਨੇ ਜਦੋਂ ਆਪਣੀ ਰਿਪੋਰਟ ਸਬਮਿਟ ਕੀਤੀ, ਉਸ ਰਿਪੋਰਟ ਦੇ ਵਿੱਚ ਆਇਆ ਸੀ ਕਿ ਜਿਹੜੀ SIT ਹੈ ਉਹਨੇ ਅੱਗੇ ਕੁਝ ਹੈ ਜਿਹਾ ਸਟੈਪ ਨਹੀਂ ਲਿੱਤਾ, ਕੋਈ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਕੀਤੀ। ਇਸੇ ਕਰਕੇ ਜਿਹੜੀ ਨਵੀਂ SIT ਬਣੀ ਆ ਉਹਦਾ ਸਪੈਸੀਫਿਕ ਰੀਜ਼ਨ ਵੀ ਇਹ ਦਿੱਤਾ ਗਿਆ ਕਿ ਜਿਹੜੀ ਪੁਰਾਣੀ SIT ਬਣੀ ਸੀ ਉਹਨੇ ਕੁਝ ਨਹੀਂ ਕੀਤਾ। ਤੇ ਜਦੋਂ ਕੇਜਰੀਵਾਲ ਜੀ ਨੇ ਮਤਲਬ SIT ਬਣਾਈ ਸੀ, ਵਿਦਿਨ ਕੁਝ ਡੇਜ਼ ਦੇ ਵਿੱਚ ਉਹਨਾਂ ਤੋਂ ਸਾਰੇ ਉਹ ਰਾਈਟਸ ਲੈ ਕੇ ਨਵੀਂ SIT ਬਣਾਈ ਕਿ ਜਾਂ ਤਾਂ ਜਿਹੜੀ ਇਹਨਾਂ ਨੇ SIT ਬਣਾਈ ਸੀ ਉਹਦੇ ਤੇ ਵਿਸ਼ਵਾਸ ਨਹੀਂ ਸੀ, ਜਾਂ ਫਿਰ ਕੁਝ ਦੂਸਰਾ ਆਲਟਰਨੇਟ ਮਤਲਬ ਜਾਂ ਤਾਂ ਕੁਝ ਸੋਚ ਹੀ ਹੋਰ ਸੀ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਕਿਵੇਂ ਲਟਕਾਣਾ ਹੈ, ਕਿਉਂਕਿ ਉਸ ਚੀਜ਼ ਨੂੰ ਵੀ 2.5 ਤੋਂ 3 ਸਾਲ ਹੋ ਚੁੱਕੇ ਨੇ। ਜੀ 2015 ਦੇ ਵਿੱਚ SIT ਬਣਾਈ ਸੀ ਤੇ ਉਹ 2.5 ਸਾਲ ਤੋਂ ਉੱਤੇ ਉਹ SIT ਬਣੇ ਨੂੰ ਵੀ ਹੋ ਗਏ। ਹੁਣ ਨੈਕਸਟ SIT ਬਣੀ ਹੈ, ਮੇਬੀ ਦੇਖੋ ਕਿੰਨੀ ਟਾਈਮ ਇਸ SIT ਦੇ ਵਿੱਚ ਲੱਗਦਾ। ਠੀਕ ਹੈ ਸਰ। ਜੀ ਇੱਕ ਮਿੰਟ ਮੈਂ ਕੋਹਲੀ ਸਾਹਿਬ ਤੋਂ ਇੱਕ ਸਵਾਲ ਲੈ ਲਾਂ। ਬਨੀ ਸਾਹਿਬ ਮੈਂ ਤੁਹਾਡੇ ਕੋਲ ਆਵਾਂਗਾ। ਕੋਹਲੀ ਸਾਹਿਬ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਪਹਿਲਾਂ ਤਰੀਕ ਤੇ ਤਰੀਕ ਹੁੰਦੀ ਰਹੀ, ਹੁਣ SIT ਤੇ SIT ਬਣੀ ਜਾ ਰਹੀ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਹੀ ਚੱਲਦਾ ਰਹੇਗਾ ਕਿ ਇਹ SIT ਹੋਰ ਸਾਲ ਇਦਾਂ ਹੀ ਟਪਾ ਦੇਗੀ? ਇਸ ਤਰ੍ਹਾਂ ਜੀ, ਚਾਹੇ ਕਾਂਗਰਸ ਸਰਕਾਰ ਰਹੀ ਹੈ ਜੀ, ਚਾਹੇ ਅਕਾਲੀ ਸਰਕਾਰ ਰਹੀ ਹੈ, ਚਾਹੇ ਸੈਂਟਰ ਦੇ ਵਿੱਚ BJP ਰਹੀ ਹੈ, ਚਾਹੇ ਹੋਰ ਪ੍ਰਾਈਮ ਮਿਨਿਸਟਰ ਰਹੇ ਹੈ, ਕਈ ਰਹੇ ਹੈਗੇ, ਸਭ ਨੇ ਹੀ ਸਿਰਫ ਤੇ ਸਿਰਫ ਵੋਟਾਂ ਬਟੋਰਨ ਵਾਸਤੇ ਸਾਨੂੰ ਇਸਤੇਮਾਲ ਕੀਤਾ ਹੈ। ਸਾਨੂੰ ਕਦੇ ਵੀ ਨਿਆਂ ਦਿਵਾਉਣ ਵਾਸਤੇ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ। ਇਹਦਾ ਮੈਂ ਖੁਦ ਭੋਗੀ ਹਾਂ। ਠੀਕ ਹੈ ਬਨੀ, ਤੁਹਾਡੇ ਤੋਂ ਸਵਾਲ ਹੈ। ਤੁਸੀਂ ਕਹਿ ਰਹੇ ਹੋ ਕਿ ਸੱਜਣ ਕੁਮਾਰ ਹੋ ਗਏ ਜਾਂ ਜਗਦੀਸ਼ ਟਾਈਟਲਰ ਹੋ ਗਏ ਜਾਂ ਹੋਰ ਵੀ ਕੋਈ ਬੰਦੇ ਹੋ ਗਏ, ਉਹਨਾਂ ਨੇ ਇੰਡੀਵਿਜੂਅਲ ਕੈਪੈਸਿਟੀ ਦੇ ਵਿੱਚ ਇਹ ਕੰਮ ਕੀਤਾ ਤੇ ਫਿਰ ਪਾਰਟੀ ਦੇ ਮੁਖੀ ਨੂੰ ਮਾਫੀ ਮੰਗਣ ਦੀ ਕੀ ਲੋੜ ਪੈ ਗਈ? ਨਹੀਂ, ਇੰਡੀਵਿਜੂਅਲ ਕੁਆਲਿਟੀ ਨਹੀਂ ਕੀਤਾ ਸਰ। ਇਹ ਕਾਂਗਰਸ ਦੀ ਦੇਣ ਸੀਗੀ, ਇਹ ਕਾਂਗਰਸ ਨੇ ਕਰਵਾਇਆ ਸੀਗਾ। ਮੈਂ ਬਿਲਕੁਲ ਚਿੱਟੇ ਦਿਨੇ ਆਪਣੀ ਅੱਖਾਂ ਨਾਲ ਸਾਰਾ ਸਾਕਾ ਵੇਖਿਆ। ਸਰਕਾਰ ਹੋਵੇ ਤੇ ਸਰਕਾਰ ਦਾ ਕੰਟਰੋਲ ਨਾ ਹੋਵੇ, ਉਹੋ ਜਿਹੀ ਸਰਕਾਰ ਨੂੰ ਲੱਖ ਲਾਨਤ ਹੈ। ਜੀ ਬਨੀ ਜੀ, ਦੇਖੋ ਸਭ ਤੋਂ ਪਹਿਲਾਂ ਇਹ ਮੈਂ ਆਪਣੇ ਪੈਨਲਿਸਟ ਨੂੰ ਵੀ ਕਹੂੰਗਾ ਕਿ 2 ਮਿੰਟ ਗੱਲ ਆਰਾਮ ਨਾਲ ਸੁਣ ਲੈਣਗੇ। ਜੋ ਵੀ ਹੋਇਆ, ਕਤਲੇਆਮ ਹੋਇਆ, ਦੰਗਾ ਹੋਇਆ, ਸਾਡੇ ਭਰਾ ਗਏ ਨੇ, ਸਾਡੀਆਂ ਭੈਣਾਂ ਗਈਆਂ, ਸਾਡੀਆਂ ਮਾਤਾਵਾਂ ਗੁਜ਼ਰ ਗਈਆਂ, ਜਿਨ੍ਹਾਂ ਹਾਲਾਤਾਂ 'ਚ ਗੁਜ਼ਰੀਆਂ ਬਹੁਤ ਦੁਖਦਾਈ ਸੀਗਾ। ਕਾਂਗਰਸ ਪਾਰਟੀ ਹਰ ਤਰੀਕੇ ਨਾਲ ਉਹਨਾਂ ਨਾਲ ਅੱਜ ਵੀ ਖੜੀ ਹੈ, ਹਮੇਸ਼ਾ ਤੋਂ ਖੜੀ ਸੀ, ਅੱਜ ਵੀ ਖੜੀ ਹੈ, ਅੱਗੇ ਵੀ ਖੜੀ ਰਹੂਗੀ। ਗੱਲ ਇਹ ਹੈ, ਕਾਂਗਰਸ ਤੇ ਇਹ ਅਕਾਲੀ ਦਲ ਵਾਲੇ ਔਰ BJP ਵਾਲੇ ਇਲਜ਼ਾਮ ਲਗਾਉਂਦੇ ਨੇ ਸਿਆਸੀ ਰੋਟੀਆਂ ਸੇਕਦੇ ਨੇ। ਮੈਂ ਉਹਦਾ ਐਗਜ਼ਾਮਪਲ ਦਊਂਗਾ ਤੁਹਾਨੂੰ। ਠੀਕ ਹੈ। ਹਾਈਪੋਥੈਟਿਕਲੀ ਇਹਨਾਂ ਦੀ ਗੱਲ ਨੂੰ ਅਸੀਂ ਐਕਸੈਪਟ ਕਰ ਲਓ, ਇੱਕ ਮਿੰਟ ਮੰਨ ਲਓ ਕਿ ਕਿਸੇ ਕਾਂਗਰਸ ਦੇ ਲੀਡਰ ਨੇ ਇਹਦੇ ਤੇ ਮਿੱਟੀ ਪਵਾਤੀ, ਖਤਮ ਕਰਾਤਾ, ਕੇਸ ਨਹੀਂ ਹੋਣ ਦਿੱਤਾ, ਕੁਝ ਨਾ ਕੁਝ ਖਰਾਬੀ ਕੀਤੀ ਹੋਊਗੀ ਕਿਸੇ ਲੀਡਰ ਨੇ ਜੇ ਕਿਹਾ ਹੋਊਗਾ ਕਿਸੇ ਚੀਫ ਸੈਕਟਰੀ ਨੂੰ, ਕਿਸੇ ਹੋਮ ਸੈਕਟਰੀ ਨੂੰ, ਕਿਸੇ DGP ਨੂੰ, ਕਿਸੇ DCP ਨੂੰ, ਕਿਸੇ SHO ਨੂੰ, ਕਿਸੇ ਥਾਣੇ ਦੇ ਮੁਨਸ਼ੀ ਨੂੰ ਕਿਹਾ ਹੋਊਗਾ, ਠੀਕ ਹੈ, ਤਾਂ ਹੀ ਜਾ ਕੇ ਮਿੱਟੀ ਪਾਈ ਹੋਊਗੀ ਨਾ। ਲੀਡਰ ਨੇ ਆਪ ਤਾਂ ਕੀਤਾ ਨਹੀਂ ਹੋਊਗਾ। ਮੈਨੂੰ ਅਕਾਲੀ ਦਲ ਵਾਲੇ ਦੱਸ ਦੇਣ ਵੀ 1996 ਦੇ ਵਿੱਚ ਵਾਜਪਾਈ ਸਰਕਾਰ ਆ ਗਈ, ਇਹ ਸਰਕਾਰ ਦੇ ਭਾਈਵਾਲ ਸੀਗੇ, ਉਸ ਤੋਂ ਬਾਅਦ ਮੋਦੀ ਸਰਕਾਰ 'ਚ ਭਾਈਵਾਲ ਨੇ। ਮੈਨੂੰ ਇਹ ਦੱਸ ਦੇਣ ਵੀ ਇਹਨਾਂ ਨੇ ਕਿਸੇ ਇੱਕ ਅਫਸਰ ਦੇ ਖਿਲਾਫ ਕੋਈ ਇਨਕੁਆਇਰੀ ਸ਼ੁਰੂ ਕਰਾਈ ਹੋਵੇ ਉਸ ਮਿੱਟੀ ਪਾਉਣ ਲਈ ਜਾਂ ਪਰਦਾ ਪਾਉਣ ਲਈ, ਕਿਸੇ ਇੱਕ ਅਫਸਰ ਤੇ ਇਹਨਾਂ ਨੇ ਇਨਕੁਆਇਰੀ ਲਾਂਚ ਕਰਾਈ ਹੋਵੇ, ਪਹਿਲੀ ਗੱਲ। ਦੂਸਰੀ ਗੱਲ, 2015 ਦੇ ਵਿੱਚ SIT ਬਣਾਈ ਹੈ, ਫਿਰ ਮੋਦੀ ਗਵਰਨਮੈਂਟ ਦੇ ਵਿੱਚ SIT ਬਣੀ ਜੀ। 2.5 ਸਾਲ SIT ਨੇ ਪੜਤਾਲ ਕਰਨ ਤੋਂ ਬਾਅਦ ਸਾਰੇ ਕੇਸ ਬੰਦ ਕੀਤੇ। ਇਹੀ ਨਤੀਜਾ ਨਿਕਲਿਆ SIT ਦਾ। ਠੀਕ ਹੈ। ਮੈਨੂੰ ਇਹ ਦੱਸ ਦੇਣ, ਆ ਮਲੂਕਾ ਜੀ ਉਰੇ ਬੈਠੇ ਕਹਿ ਰਹੇ ਨੇ ਇਹਨਾਂ ਨੂੰ ਸਜ਼ਾ ਦਿਓ, ਇਹਨਾਂ ਦੀ ਮੰਤਰੀ ਉੱਤੇ ਬੀਬੀ ਹਰਸਿਮਰਤ ਕੌਰ ਜੀ ਬੈਠੇ ਨੇ,
ਉਹਨਾਂ ਨੂੰ ਪੁੱਛੋ ਵੀ ਸਵੇਰੇ ਚਿੱਠੀ ਲਿਖਣਗੇ ਉਹ ਪ੍ਰਾਈਮ ਮਿਨਿਸਟਰ ਨੂੰ ਜਾਂ ਅਸਤੀਫਾ ਦੇਣ ਵੀ ਐਨਡੀਏ ਗਵਰਨਮੈਂਟ ਨੇ ਇਹਨਾਂ ਨਾਲ ਇਨਸਾਫ ਨਹੀਂ ਹੋਇਆ ਸਿੱਖਾਂ ਨਾਲ ਸਾਡੇ ਨਾਲ, ਇਸਤੀਫਾ ਦੇਣ ਤਾਂ ਮਿਨਿਸਟਰੀ ਚੋਂ, ਆਪਣੀ ਮਿਨਿਸਟਰੀਆਂ ਕਾਇਮ ਰੱਖਣ ਲਈ ਇਹ ਸਿਆਸੀ ਰੋਟੀਆਂ ਸੇਕਦੇ ਨੇ, ਲੋਕਾਂ ਨੂੰ ਸਰ ਵੇਚਦੇ ਨੇ। ਉਹ ਤਾਂ ਬਣੀ ਜੀ, ਉਹ ਤਾਂ ਸਵਾਲ ਹਰ ਇੱਕ ਤੇ ਹੈ। 84 ਦੇ ਵਿੱਚ ਹੋਇਆ, 96 ਤੱਕ 12 ਸਾਲ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਸਬੂਤ ਮਿਟਾਉਣ ਦੀ। ਪਹਿਲੀ ਗੱਲ ਤਾਂ ਉਸ ਵੇਲੇ ਵੀ ਕੋਈ FIR ਨਹੀਂ ਦਰਜ ਕਰਨ ਦਿੱਤੀਆਂ, ਕਿਉਂਕਿ ਕਾਂਗਰਸ, ਹੁਣ ਬੋਲਣ ਦੀ ਲੋੜ ਨਹੀਂ ਸੰਧੂ ਸਾਹਿਬ, ਹੁਣ ਮੈਨੂੰ ਕਰ ਲੈਣ ਦਿਓ। ਜੀ ਮਲੂਕਾ ਜੀ, ਆਪਦੀ ਵਾਰੀ ਫਿਰ ਬੋਲ ਲਿਓ। ਉਦੋਂ ਬਾਅਦ 96 ਚ ਵਾਜਪਾਈ ਜੀ ਆਏ ਤਾਂ ਸਾਰੀਆਂ ਹੀ ਫਾਈਲਾਂ ਦੁਬਾਰਾ ਖੋਲੀਆਂ ਗਈਆਂ। ਜਿੱਥੋਂ ਤੱਕ ਬੀਬੀ ਹਰਸਿਮਰਤ ਦੀ ਗੱਲ ਕਰਦੇ ਆ, ਪਹਿਲਾਂ ਹੀ MP ਬਣਦਿਆ ਸਾਰ ਰਿਕਾਰਡ ਕਢਾ ਲਓ, ਤੁਹਾਡੇ ਕੋਲੇ ਹੈਗਾ ਪਾਰਲੀਮੈਂਟ ਦਾ। ਪਾਰਲੀਮੈਂਟ ਦੇ ਵਿੱਚ 45 ਮਿੰਟ ਬੋਲੀ ਆ ਕੱਲੀ, ਕੱਲੇ 84 ਦੇ ਕਤਲਾਮ ਦੇ ਉੱਤੇ ਬੋਲੀ ਹੈ। 45 ਮਿੰਟ ਦੱਬ ਕੇ ਕਢਾ ਲਓ, ਪਾਰਲੀਮੈਂਟ ਦੇ ਵਿੱਚ ਹੈ, ਦੱਬੀ ਨਹੀਂ ਜਾ ਸਕਦੀ। ਕਾਂਗਰਸ ਦੇ ਰਾਜ 'ਚ ਬੋਲੀ ਹੈ, ਉਦੋਂ ਕਾਂਗਰਸ ਦਾ ਰਾਜ ਸੀਗਾ, ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ, ਕਢਾ ਲਓ। ਯਾਰ ਹੁਣ ਚੁੱਪ ਕਰ ਜਾ, ਤੇਰਾ ਕੋਈ ਜ਼ਿਆਦਾ ਨਹੀਂ ਵੀ ਤੂੰ ਵੀ ਬੋਲੀ ਜਾਵੇ। ਮੈਂ ਗੁਰਪ੍ਰੀਤ ਨੂੰ ਕਹਿ ਰਿਹਾ ਜੀ, ਤੁਹਾਨੂੰ ਨਹੀਂ ਕਹਿ ਰਿਹਾ। ਮੈਂ ਗੁਰਪ੍ਰੀਤ ਨੂੰ, ਠੀਕ ਹੈ ਮਨਪ੍ਰੀਤ ਪਲੀਜ਼ ਉਹਨਾਂ ਨੂੰ ਗੱਲ ਕੰਪਲੀਟ ਕਰਨ। ਨਹੀਂ ਬੋਲਣਾ ਅੱਗੇ। ਜੀ ਮੈਂ ਇੱਥੇ ਕਿ ਬੋਲਣਾ, ਮੈਂ ਗੁਰਪ੍ਰੀਤ ਨੂੰ ਬੋਲ ਰਿਹਾ। ਸਰ ਪਲੀਜ਼, ਮੈਂ ਗੁਰਪ੍ਰੀਤ ਨੂੰ ਕਹਿ ਰਿਹਾ। ਉਦੋਂ ਅੱਗੇ ਆ ਜਾਓ। ਜੀ 1948 ਚ ਮਹਾਤਮਾ ਗਾਂਧੀ ਕਤਲ ਹੋਇਆ ਜੀ। ਕੋਈ ਹਿੰਦੁਸਤਾਨ ਦੇ ਵਿੱਚ ਕਤਲਾਮ ਨਹੀਂ ਹੋਈ, ਉਹਦੇ ਐਡੂ ਵੱਡਾ ਲੀਡਰ ਨਹੀਂ ਹੋ ਸਕਦਾ ਦੁਨੀਆ ਦੇ ਵਿੱਚ। ਫਿਰ ਰਾਜੀਵ ਗਾਂਧੀ ਜੀ ਦਾ ਕਤਲਾਮ ਹੋਇਆ ਮਦਰਾਸ ਦੇ ਵਿੱਚ, ਕੋਈ ਮਦਰਾਸੀ ਨੂੰ ਕਤਲ ਨਹੀਂ ਕੀਤਾ ਗਿਆ। ਇੰਦਰਾ ਗਾਂਧੀ ਦੇ ਕਤਲਾਮ ਹੋਣ ਤੋਂ ਬਾਅਦ ਕਿਉਂ ਸਿੱਖਾਂ ਨੂੰ ਮਾਰਿਆ ਗਿਆ? ਸਾਡੇ ਨਾਲ ਤਾਂ ਮਤਲਬ ਵਿਤਕਰਾ ਕੀਤਾ ਗਿਆ। ਉਸ ਵੇਲੇ ਰਾਜੀਵ ਗਾਂਧੀ ਜੀ ਦਾ ਬਿਆਨ ਕੱਢੋ, ਬੜਾ ਦਰਖਤ ਡਿੱਗਤਾ ਤੇ ਧਰਤੀ ਕਾਂਪਤੀ ਹੈ। ਪ੍ਰਾਈਮ ਮਿਨਿਸਟਰ ਦਾ ਬਿਆਨ ਆ ਉਸ ਵੇਲੇ ਦੇ। ਤੇ ਜੇ ਪ੍ਰਾਈਮ ਮਿਨਿਸਟਰ ਚਾਹੁੰਦਾ, ਇੱਕ ਪੱਤਾ ਨਹੀਂ ਸੀ ਹਿਲ ਸਕਦਾ, ਪੱਤਾ ਸਾਰਾ ਕੁਝ 3 ਦਿਨ ਖੁੱਲੀ ਛੁੱਟੀ ਦਿੱਤੀ ਗਈ ਕਾਂਗਰਸੀਆਂ ਨੂੰ, ਜੋ ਹੁੰਦਾ ਕਰ ਲਓ, ਫੇਰ ਨਾ ਸਾਨੂੰ ਕਿਉਂ। ਇਹ ਹੁਣ ਮੁੱਕਰਦੇ ਨੇ, ਇਹ ਕਹਿੰਦੇ ਨੇ ਪਤਾ ਹੀ ਨਹੀਂ ਕਾਂਗਰਸੀਆਂ ਨੂੰ। ਗੁਰਪ੍ਰੀਤ ਜੀ, ਇਹ ਤਾਂ ਐਡੀ ਵੱਡੀ ਗੱਲ ਕਰਕੇ ਹਜ਼ਾਰਾਂ ਠੀਕ ਹੈ ਮਲੂਕਾ ਸਾਹਿਬ ਕਰਕੇ ਅੱਜ ਦੁੱਧ ਉੱਤੇ ਬਣਦੇ ਨੇ। ਜੀ ਠੀਕ ਹੈ ਮਲੂਕਾ ਸਾਹਿਬ। ਜੀ ਮਨਪ੍ਰੀਤ ਜੀ, ਜਿਹੜਾ ਮੈਂ ਸਵਾਲ ਇਹਨਾਂ ਨੂੰ ਪੁੱਛਿਆ ਸੀਗਾ ਉਹਦਾ ਨਹੀਂ ਇਹਨਾਂ ਨੇ ਜਵਾਬ ਦਿੱਤਾ। ਇੱਕ ਮਿੰਟ ਬੀਬੀ ਬੋਲੀ ਹੈ, ਬੀਬੀ ਦੇ ਬੋਲਣ ਨਾਲ ਕੁਝ ਨਹੀਂ ਹੁੰਦਾ। ਹੁਣ ਬੁਲਵਾ ਦਿੰਦੇ ਜਿਵੇਂ ਕਹੋ। ਗੁਰਪ੍ਰੀਤ ਜੀ, ਮੈਂ ਇਹਨਾਂ ਨੂੰ ਇੱਕੋ ਸਵਾਲ ਪੁੱਛਿਆ ਹੈ, ਇਹਨਾਂ ਨੇ ਕਿਸੇ ਅਫਸਰ ਦੇ ਖਿਲਾਫ ਕੋਈ ਇਨਕੁਆਇਰੀ ਸ਼ੁਰੂ ਕਰਵਾਈ ਵੀ ਤੂੰ ਉਸ ਮੌਕੇ ਤੇ ਉਦੋਂ ਉੱਥੇ DCP ਸੀਗਾ, SHO ਸੀਗਾ ਥਾਣੇ ਦਾ, ਜਾਂ ਤੂੰ DC ਸੀਗਾ ਇਲਾਕੇ ਦਾ, ਤੇਰੇ ਟਾਈਮ ਦੇ ਵਿੱਚ ਲਾਅ ਐਂਡ ਆਰਡਰ ਫੇਲ ਹੋਇਆ? ਇਹਨਾਂ ਨੇ ਕੋਈ ਇੱਕ ਵੀ ਇਨਕੁਆਇਰੀ ਕਰਾਈ ਹੋਵੇ ਦੱਸ ਦੇਣ। ਬੰਨੇ ਸੰਧੂ ਜੀ, ਇਹ ਇਨਕੁਆਇਰੀ ਦਾ ਪਹਿਲਾ ਹੱਕ ਤੁਹਾਡਾ ਬਣਦਾ ਸੀ, ਤੁਹਾਨੂੰ ਕਰਾਣੀ ਚਾਹੀਦੀ ਸੀ। ਇਹ ਜਿਹੜੀ ਤੁਹਾਨੂੰ ਕਰਾਣੀ ਚਾਹੀਦੀ ਸੀ। ਬਾਕੀ ਮੈਂ ਅਕਾਲੀ ਦਲ ਜਾਂ ਕਿਸੇ ਹੋਰ ਦਾ ਸਮਰਥਕ ਨਹੀਂ ਹੈਗਾ। ਮੈਂ ਸਾਫ਼ ਕਹਿ ਰਿਹਾ ਵਾਂ, ਜੇ ਜਰਾ ਜੇ ਵੀ ਅੱਜ ਕਾਂਗਰਸ ਦੇ ਵਿੱਚ ਹੈਗੇ ਹੈ ਤੇ 24 ਘੰਟੇ ਦੇ ਅੰਦਰ ਅੰਦਰ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ ਆਪਣੀ ਪਾਰਟੀ ਚੋਂ ਕੱਢ ਕੇ ਬਾਹਰ ਮਾਰੋ, ਫਿਰ ਅਸੀਂ ਸੋਚਾਂਗੇ ਤੇ ਤੁਸੀਂ ਸਿੱਖਾਂ ਵਾਸਤੇ ਕੁਝ ਕਰਨਾ ਚਾਹੁੰਦੇ ਹੋ। ਸਿਰਫ ਡਰਾਮੇਬਾਜ਼ੀ ਨਾ ਕਰੋ। ਇਹ ਡਰਾਮਿਆਂ ਨਾਲ ਹੁਣ ਜਿਹੜਾ ਸਾਡਾ ਢਿੱਡ ਨਹੀਂ ਭਰਦਾ। ਸਾਨੂੰ ਇਨਸਾਫ ਚਾਹੀਦਾ। ਸਾਨੂੰ ਜੇ ਇਨਸਾਫ ਨਹੀਂ ਮਿਲੇਗਾ, ਮੈਂ ਅੱਜ ਕਹਿ ਰਿਹਾ ਵਾ, ਮੈਂ ਹੋਰ 1-2 ਸਾਲ ਦੇਖਾਂਗਾ, ਨਹੀਂ ਮਿਲੇਗਾ ਤੇ ਮੈਂ ਸੁਪਰੀਮ ਕੋਰਟ ਦੇ ਦਰਵਾਜ਼ੇ ਦੇ ਉੱਤੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਾਵਾਂਗਾ। ਜੇ ਇਨਸਾਫ ਮੇਰਾ ਹੱਕ ਹੈ, ਆਜ਼ਾਦ ਭਾਰਤ ਚ ਮੈਂ ਰਹਿਣਾ। ਜੀ ਇਹ ਕੋਹਲੀ ਸਾਹਿਬ, ਚਲੋ ਠੀਕ ਹੈ, ਅਸੀਂ ਜਾਣਦੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੈ, ਮੈਜੋਰਟੀ ਵਾਸਤੇ ਅਲੱਗ ਕਾਨੂੰਨ ਹੈ। ਇਹ ਕਾਲਾ ਹਿਰਨ ਮਰ ਜਾਵੇ ਤੇ ਸਜ਼ਾ ਵੀ ਹੋ ਜਾਂਦੀ ਹੈ, ਉਹਦੇ ਤੇ ਮੁਕੱਦਮੇ ਵੀ ਚੱਲ ਜਾਂਦੇ ਆ। ਲੇਕਿਨ ਅੱਜ ਹਜ਼ਾਰਾਂ ਸਿੱਖ ਮਾਰਤੇ ਗਏ। ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜਾ ਬਿਆਨ ਨਾ ਦਿੱਤਾ ਜਾਵੇ, ਅਜਿਹੀ ਨੌਬਤ ਨਾ ਆਵੇ। ਮੈਂ ਇਹੀ ਉਮੀਦ ਕਰਾਂਗਾ, ਮੈਂ ਸਾਰਿਆਂ ਅੱਗੇ ਇਹੀ ਦਰਖਾਸਤ ਕਰਾਂਗਾ ਵੀ ਜੋ ਵੀ ਸਿਆਸੀ ਨੁਮਾਇੰਦੇ ਸਾਡੇ ਨਾਲ ਜੁੜੇ ਨੇ ਕਿ ਉਹ ਸਾਰੀਆਂ ਪਾਰਟੀਆਂ ਮਿਲ ਕੇ ਕੁਝ ਕਰਨਗੇ ਕਿ ਤੁਹਾਨੂੰ ਅਜਿਹਾ ਕੋਈ ਸਟੈਪ ਨਾ ਚੱਕਣਾ ਪਵੇ, ਤੁਹਾਡੇ ਨਾਲ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਅਜਿਹਾ ਸਟੈਪ ਨਾ ਚੱਕਣਾ ਪਵੇ। ਫੈਰੀ, ਮੇਰਾ ਸਵਾਲ ਤੁਹਾਡੇ ਤੋਂ ਇਹ ਹੈ, ਕਾਨੂੰਨੀ ਪ੍ਰਕਿਰਿਆ ਤੇ ਸਵਾਲ ਹੈ ਕਿ ਕੀ ਆਖਰ ਸਾਡੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ, ਸਿਸਟਮ ਦੇ ਵਿੱਚ ਤੁਹਾਨੂੰ ਲੱਗਦਾ ਹੈ, ਕਿਉਂਕਿ ਐਜ਼ ਏ ਲਾਇਰ ਤੁਸੀਂ ਦੇਖਦੇ ਹੋ ਰੋਜ਼ਾਨਾ, ਕਿ ਉਸ ਦੇ ਵਿੱਚ ਹੁਣ ਬਦਲਾਅ ਦੀ ਜ਼ਰੂਰਤ ਹੈ? ਇੱਕ ਕੇਸ ਐਡਾ ਲੰਬਾ ਚੱਲਦਾ ਜਾਂਦਾ ਹੈ, ਜਿਹੜੇ ਗਵਾਹ ਨੇ ਉਹ ਵਿਚਾਰੇ ਇਨਸਾਫ ਉਡੀਕਦੇ ਖਤਮ ਹੋ ਜਾਂਦੇ ਨੇ। ਦੇਖੋ, ਜਿਹੜਾ ਇਹ ਕੇਸ ਚੱਲ ਰਿਹਾ ਹੈ 84 ਰਾਈਟਸ ਦਾ, ਜੀ ਇੰਨੇ ਸਾਲਾਂ ਤੋਂ ਚੱਲਣ ਦਾ ਰੀਜ਼ਨ ਕੀ ਹੈ? ਜਿਹੜੇ ਦੇ ਪਿੱਛੇ ਇਨਵੋਲਵਡ ਅਫਸਰ ਵਗੈਰਾ ਨੇ, ਜਿਨ੍ਹਾਂ ਨੇ ਮਤਲਬ ਸਾਰੇ ਐਵੀਡੈਂਸ ਕਲੈਕਟ ਕਰਨੇ ਸੀ, ਠੀਕ ਹੈ, ਇਨਵੈਸਟੀਗੇਸ਼ਨ ਏਜੰਸੀਜ਼ ਜਿਹੜੀਆਂ ਸੀ, ਉਹਨਾਂ ਵੱਲੋਂ ਡਿਲੇ ਇੰਨਾ ਜ਼ਿਆਦਾ ਸੀ ਕਿ ਕੋਰਟ ਦੇ ਵਿੱਚ ਜਾ ਕੇ ਜਦ ਕੁਝ ਪੂਰਾ ਹੀ ਨਹੀਂ ਹੋਏਗਾ, ਜੀ ਜੇ ਉੱਥੇ ਐਵੀਡੈਂਸ ਹੀ ਨਹੀਂ ਕੰਪਲੀਟ ਹੋਏਗਾ, ਵੈਸੇ ਹੀ ਬਰੀ ਹੋ ਜਾਣਗੇ ਸਾਰੇ ਦੇ ਸਾਰੇ। ਇੰਨੀ ਦੇਰ ਕੋਰਟ ਦੇ ਵਿੱਚ ਚੱਲਣ ਦਾ ਰੀਜ਼ਨ ਇਹੀ ਸੀ ਵੀ ਕਦੇ ਕੋਈ ਇਨਵੈਸਟੀਗੇਸ਼ਨ ਏਜੰਸੀ ਦਾ ਨਹੀਂ ਕੋਈ ਡਾਕੂਮੈਂਟ ਪੂਰਾ, ਕਦੇ ਕਿਸੇ ਦਾ ਇਨਵੈਸਟੀਗੇਸ਼ਨ ਨਹੀਂ ਕੰਪਲੀਟ। ਇਸੇ ਕਰਕੇ SITs ਬਣਦੀਆਂ ਰਹੀਆਂ ਕਿ ਕਿਸੇ ਤਰ੍ਹਾਂ ਕਿਸੇ ਤੱਥ ਦੇ ਉੱਤੇ ਨਿਕਲੇ ਵੀ ਕੋਈ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ।
ਇੰਨੇ ਸਾਲ ਕਦੇ ਕੋਈ ਪੋਲੀਟੀਕਲ ਪਾਰਟੀ ਐਸਆਈਟੀ ਬਣਾ ਰਹੀ ਹੈ, ਕਦੇ ਕੋਈ ਐਸਆਈਟੀ ਬਣ ਰਹੀ ਹੈ। ਹੁਣ ਐਂਡ ਜਾ ਕੇ ਤਾਂ ਹੀ ਸੁਪਰੀਮ ਕੋਰਟ ਨੇ ਆਪਣੀ ਇੱਕ ਐਸਆਈਟੀ ਬਣਾਈ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਇਸ ਕੇਸ ਨੂੰ ਡਿਸਾਈਡ ਕੀਤਾ ਜਾਵੇ। ਇੱਕ ਚੀਜ਼। ਦੂਸਰੀ ਚੀਜ਼, ਆਪਸ ਦੇ ਵਿੱਚ ਆਹ ਵੋਟ ਬੈਂਕ ਦੀ ਪੋਲਿਟਿਕਸ ਦੇ ਚੱਕਰ ਦੇ ਵਿੱਚ ਲੜੀ ਜਾਣਾ ਕਿ ਹਾਂਜੀ ਅਕਾਲੀ ਗਵਰਨਮੈਂਟ ਦੇ ਟਾਈਮ, ਬੀਜੇਪੀ ਗਵਰਨਮੈਂਟ ਟਾਈਮ ਇਹ ਹੋਇਆ, ਕਾਂਗਰਸ ਟਾਈਮ ਇਹ ਹੋਇਆ। ਦੇਖੋ ਮਾੜਾ ਬਹੁਤ ਜ਼ਿਆਦਾ ਹੋਇਆ, 34 ਸਾਲ ਹੋ ਗਏ। ਕੋਹਲੀ ਸਾਹਿਬ ਦਾ ਹੁਣ ਦੇਖਿਆ ਬਿਆਨ, ਮਤਲਬ ਕਿਸ ਤਰ੍ਹਾਂ ਦਾ ਬਿਆਨ ਮਤਲਬ ਦੇ ਰਹੇ ਨੇ ਵੀ ਮੈਂ ਸੁਪਰੀਮ ਕੋਰਟ ਸਾਹਮਣੇ ਜਾ ਕੇ ਤੇਲ ਲਗਾ ਕੇ ਅੱਗ ਲਗਾ ਲੂੰਗਾ। ਮਤਲਬ ਕਿੰਨਾ ਅੰਦਰ ਦਰਦ ਕਿੰਨਾ ਜ਼ਿਆਦਾ ਹੋਏਗਾ। ਆਪਾਂ ਇਹਨੂੰ ਇੱਕ ਪੋਲੀਟੀਕਲ ਮੋਟਿਵ ਬਣਾ ਕੇ ਕਿ ਆ ਕੇ ਬਿਆਨਬਾਜ਼ੀ ਕਰ ਦਾਂਗੇ, ਅਸੀਂ ਐਸਆਈਟੀ ਬਣਾਤੀ, ਅਸੀਂ ਇਹ ਕਰਤਾ। ਕੁਛ ਐਂਡ ਡਿਸੀਜਨ ਦੇ ਉੱਤੇ ਬੈਠ ਕੇ ਇਕੱਠੇ ਬੈਠ ਕੇ ਕਰਨ ਵਾਲਾ ਡਿਸੀਜਨ ਹੈ ਇਹ। ਤੁਸੀਂ ਕਦੇ ਕਿਸੇ ਨੂੰ ਕਲੀਨ ਚਿੱਟ ਦੇ ਦੇਣੀ ਹੈ, ਕਦੇ ਕਿਸੇ ਨੂੰ ਕੀ ਕਹਿੰਦੇ ਆ ਕਹਿ ਦੇਣਾ ਜੀ ਇਹ ਦੋਸ਼ੀ ਹੈ। ਇਹਦੇ ਸਿਰਫ ਕਹਿਣ ਨਾਲ ਕੁਝ ਨਹੀਂ ਹੋਣਾ। ਠੀਕ ਹੈ ਤੁਸੀਂ ਹੁਣ ਕੈਪਟਨ ਸਾਹਿਬ, ਮੇਰਾ ਸਵਾਲ ਵੀ ਉਹੀ ਹੈ, ਸਾਡਾ ਵੀ ਉਹੀ ਸਵਾਲ ਹੈ। ਅਸੀਂ ਵੀ ਸਵਾਲ ਪੁੱਛ ਰਹੇ ਹਾਂ ਕਿ ਆਖਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਕਿ ਉਹ ਕਦੀ ਇਕੱਠੀਆਂ ਹੋਣਗੀਆਂ 84 ਦੇ ਮੁੱਦੇ ਤੇ ਕਿ ਜਿਹੜੇ ਪੀੜਤ ਨੇ ਇਹਨਾਂ ਨੂੰ ਇਨਸਾਫ ਮਿਲੇ? ਨਹੀਂ ਹੋਣਗੀਆਂ ਸਰ, ਨਹੀਂ ਗੁਰਪ੍ਰੀਤ ਜੀ, ਇਹ ਨਹੀਂ ਹੋਣਗੀਆਂ। ਫੈਸਲਾ ਕੋਰਟ ਨੇ ਕਰਨਾ ਹੈ। ਇਹੀ ਤਾਂ ਮੈਂ ਪਹਿਲਾਂ ਕਹਿ ਕੇ ਇਹ ਬਾਨੇ ਬਾਜੀ ਹੈ। ਕੋਰਟ ਨੇ ਤਾਂ ਕਰਨਾ ਸਰ, ਕੋਰਟ ਦੇ ਵਿੱਚ ਕੋਰਟ ਨੇ ਕਰਨਾ ਬੰਨੇ ਸੰਦੋ ਜੀ ਸਰ, ਕੋਰਟ ਨੇ ਫੈਸਲਾ ਕਰਨਾ, ਪਰ ਅਸੀਂ ਆਪਾਂ ਇਕੱਠੇ ਮਿਲ ਕੇ ਚੱਲ ਤਾਂ ਸਕਦੇ, ਇਹਨਾਂ ਦੀ ਹੋਰ ਪੈਰਵਾਈ ਕਰੀਏ। ਇਹ ਜਿਹੜੇ ਪੀੜਤ ਨੇ, ਜੋ ਕੋਹਲੀ ਸਾਹਿਬ ਨੇ ਹੁਣੇ ਦਰਦ ਬਿਆਨ ਕੀਤਾ, ਉਹਨਾਂ ਨੂੰ ਸਰਕਾਰਾਂ ਚਾਹਣ ਤੇ ਸਭ ਕੁਝ ਹੋ ਸਕਦਾ ਹੈ, ਸਰਕਾਰਾਂ ਨਾ ਚਾਹਣ ਤੇ ਕੁਝ ਕੋਹਲੀ ਪਤਾ ਵੀ ਨਹੀਂ। ਸਾਹਿਬ, ਮੈਂ ਉਹੀ ਕਹਿ ਰਿਹਾ ਕਿ ਆਖਰ ਜੋ ਕੋਹਲੀ ਸਾਹਿਬ ਨੇ ਹੁਣ ਦਰਦ ਬਿਆਨ ਕੀਤਾ, ਉਹਨਾਂ ਨੂੰ ਅਜਿਹਾ ਨਾ ਕਰਨਾ ਪਵੇ। ਜੇ ਅਸੀਂ ਪਹਿਲਾਂ ਹੀ ਸਾਰੇ ਮਿਲ ਕੇ ਚੱਲੇ ਹੁੰਦੇ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਪਹਿਲਾਂ ਹੀ ਅਜਿਹੀ ਪੈਰਵਾਈ ਕੀਤੀ ਹੁੰਦੀ, ਇਹਨਾਂ ਨੂੰ ਹੌਸਲਾ ਦਿੱਤਾ ਹੁੰਦਾ, ਇਹਨਾਂ ਦਾ ਸਹਿਯੋਗ ਕੀਤਾ ਹੁੰਦਾ, ਤੇ ਅੱਜ ਕੋਹਲੀ ਸਾਹਿਬ ਇਹ ਗੱਲ ਨਾ ਕਹਿੰਦੇ ਜੋ ਉਹਨਾਂ ਨੇ ਟੀਵੀ ਦੇ ਉੱਤੇ ਕਹੀ ਹੈ। ਮੈਂ ਹੌਸਲੇ ਦੀ ਗੱਲ ਤੁਹਾਨੂੰ ਦੱਸ ਦੇਣਾ ਕਿ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਮੱਕੜ ਸਾਹਿਬ ਨੂੰ ਮਿਲਿਆ, ਹੱਥ ਨਹੀਂ ਫੜਿਆ। ਮੈਂ ਬਾਦਲ ਸਾਹਿਬ ਨੂੰ ਮਿਲਿਆ, 2 ਵਾਰੀ ਨਹੀਂ 3 ਵਾਰੀ ਮਿਲਿਆ, ਹੱਥ ਨਹੀਂ ਫੜਿਆ। ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਨਾ ਬ੍ਰਦਰਸ ਨੂੰ ਮਿਲਿਆ, ਕਿਸੇ ਨੇ ਹੱਥ ਨਹੀਂ ਫੜਿਆ। ਮੈਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਜਾ ਕੇ ਮਿਲਿਆ, ਕਿਸੇ ਨੇ ਹੱਥ ਨਹੀਂ ਮਿਲਿਆ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਮੈਂ ਟਾਈਮ ਲੈ ਕੇ 2 ਦਿਨ ਮੈਂ ਦਿੱਲੀ ਰਹਿ ਕੇ ਕੇਜਰੀਵਾਲ ਨੂੰ ਮਿਲਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਐਸਆਈਟੀ ਜਿਹੜੀ ਗਠਨ ਕੀਤੀ ਸੀ, ਲੇਕਿਨ ਉਹ ਐਸਆਈਟੀ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਟੁੱਟ ਗਈ। ਤੇ ਨਵੀਂ ਸਰਕਾਰ ਦੁਬਾਰਾ ਜਦੋਂ ਸਰਕਾਰ ਆਈ, ਉਸ ਤੋਂ 1 ਦਿਨ ਪਹਿਲੇ ਮੋਦੀ ਸਾਹਿਬ ਨੇ ਆਪਣੀ ਐਸਆਈਟੀ ਬਣਾਤੀ, ਔਰ ਉਸ ਐਸਆਈਟੀ ਦਾ ਹਾਲ ਤੁਹਾਡੇ ਸਾਹਮਣੇ ਹੀ ਹੈ। ਠੀਕ ਹੈ ਮਲੂਕਾ ਸਾਹਿਬ। ਜੀ ਮਨਪ੍ਰੀਤ, ਮੈਂ ਤੁਹਾਡੇ ਕੋਲ ਆਵਾਂਗਾ 1 ਮਿੰਟ। ਮਲੂਕਾ ਸਾਹਿਬ, ਮੇਰਾ ਉਹੀ ਸਵਾਲ ਹੈ ਕਿ ਆਖਰ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਅਜਿਹਾ ਕਿਉਂ ਨਹੀਂ ਕਰਦੀਆਂ ਮਿਲ ਕੇ, ਕਿਸੇ ਵੀ ਤਰ੍ਹਾਂ ਨਾਲ ਇਹਨਾਂ ਨੂੰ ਹੌਸਲਾ ਦਿੱਤਾ ਜਾਵੇ ਜਾਂ ਇਹਨਾਂ ਦੀ ਪੈਰਵਾਈ ਸਟਰੋਂਗਲੀ ਕੀਤੀ ਜਾਂਦੀ ਪਹਿਲਾਂ ਤੋਂ ਹੀ? ਨਹੀਂ, ਅਸੀਂ ਤਾਂ ਗੁਰਪ੍ਰੀਤ ਜੀ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕਿ ਚਲੋ ਇਕੱਠੇ ਹੋ ਕੇ ਸਾਰੇ ਲੱਗ ਕੇ ਚਲੋ। ਅਸੀਂ ਤਾਂ ਜੇ ਮਗਰ ਲੱਗ ਜੰਨੇ, ਮੂਹਰੇ ਲੱਗ ਜਾਣ, ਅਸੀਂ ਮੂਹਰੇ ਲੱਗ ਜੰਨੇ, ਨਾਲ ਲੱਗ ਜਾਣ, ਜਿਵੇਂ ਵੀ ਤਿਆਰ ਉਵੇਂ ਵੀ ਤਿਆਰ ਹੈ। ਮੈਂ ਤਾਂ ਹੈਰਾਨ ਇਸ ਗੱਲ ਦੇ ਉੱਤੇ ਆ ਕਿ ਸਾਰਾ ਕੁਝ ਕਰਕੇ, ਏਡਾ ਵੱਡਾ ਕਤਲਾਮ ਕਰਕੇ ਵੀ ਬੰਦੇ ਦੁੱਧ ਧੋਤਾ ਬਣਦੇ ਆ। ਗੁਜਰਾਤ ਦੇ ਕਤਲਾਮ ਤੇ ਤਾਂ ਫੈਸਲਾ ਹੋ ਸਕਦਾ ਹੈ, ਬੜੀ ਛੇਤੀ ਫੈਸਲਾ ਹੋ ਸਕਦਾ, ਸਜ਼ਾਵਾਂ ਹੋ ਸਕਦੀਆਂ, ਸਾਰਾ ਕੁਝ ਨਾਲ ਦੀ ਨਾਲ ਹੋ ਸਕਦਾ ਹੈ। ਤੇ ਕਾਂਗਰਸ ਰੱਜ ਕੇ ਚੀਜ਼ ਝੰਗਿਆੜਾ ਪਾਉਂਦੀ ਆ ਮੁਲਕ ਦੇ ਵਿੱਚ ਵੀ ਵੇਖੋ ਜੀ ਉੱਥੇ ਤਾਂ ਮਰਿਆ ਸੀ 150 ਬੰਦਾ। ਮੈਂ ਕਹਿੰਦਾ ਇੱਕ ਬੰਦਾ ਵੀ ਮਰਨਾ ਕੀ ਜ਼ਖਮੀ ਹੋਣਾ ਵੀ ਮਾੜੀ ਗੱਲ ਹੈ। ਉੱਥੇ ਤਾਂ ਮਰਿਆ ਸੀ 150 ਬੰਦਾ, ਇੱਥੇ ਮਰ ਗਿਆ ਕਈ ਹਜ਼ਾਰ ਬੰਦਾ। ਇੱਥੇ ਕਾਂਗਰਸ ਪਾਰਟੀ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ। 3 ਦਿਨ ਸਰਕਾਰ ਨੇ ਕੋਈ ਹੀਲਾ ਹੀ ਨਹੀਂ ਕੀਤਾ ਵੀ ਰੋਕ ਦਈਏ ਇਸ ਕੰਮ ਨੂੰ। ਚਲੋ ਇੱਕਦਮ ਸ਼ੁਰੂ ਹੋ ਗਿਆ, ਫੌਜ ਬੈਠੀ ਸੀ ਦਿੱਲੀ ਦੇ ਵਿੱਚ, ਫੌਜ ਸੱਦ ਲੈਂਦੇ, ਪੁਲਿਸ ਤੋਂ ਬੇਵੱਸ ਹੋ ਗਿਆ ਸੀ। ਕੋਈ ਤਾਂ ਦੱਸਣ ਵੀ ਹੁਣ ਫਿਰ ਜੇ ਸਿੱਧੇ ਹੋ ਕੇ ਮੰਨਦੇ ਆ ਤੇ ਫਿਰ ਉਹ ਬੰਦਿਆਂ ਨੂੰ ਇੰਨੇ ਚਿਰ ਉਹਦੇ ਕਿਉਂ ਦੇਈ ਰੱਖੇ? ਜੇ ਕਾਂਗਰਸ ਮੰਨਦੀ ਹੈ ਕਿ ਸਾਡੇ ਕੁਝ ਬੰਦਿਆਂ ਨੇ ਗਲਤੀ ਕੀਤੀ ਹੈ, ਚਲੋ ਮੰਨ ਲਓ ਇਹਨਾਂ ਦੀ ਗੱਲ, ਇਹ ਕਹਿੰਦੇ ਵੀ ਕੁਝ ਬੰਦਿਆਂ ਨੇ ਆਪਣੇ ਤੌਰ ਤੇ ਕੀਤੀ ਹੈ, ਤੇ ਫਿਰ ਉਹਨਾਂ ਨੂੰ ਵਜ਼ੀਰੀਆਂ ਐਮਪੀ ਪੁਣਾ ਐਡੇ ਉਹਦੇ ਕਾਹਦੀ ਖਾਤਰ ਦਿੱਤੇ? ਸੋ ਕਾਂਗਰਸ ਪਾਰਟੀ ਨੇ ਜਾਣ ਕੇ ਸਾਰਾ ਕੁਝ ਕਰਾਇਆ ਸੀ। ਐਵੇਂ ਅੱਜ ਜੋ ਮਰਜ਼ੀ ਹੈ ਗੋਲ-ਮੋਲ ਗੱਲਾਂ ਕਰੀ ਜਾਣ, ਤਾਂ ਹੀ ਇਨਸਾਫ ਨਹੀਂ ਦੇਣ ਦਿੱਤਾ ਇੰਨਾ ਚਿਰ, ਕਿਉਂਕਿ ਸਾਰਾ ਲੰਮਾ ਚਿਰ ਰਾਜ ਕਰਨ ਕਰਕੇ ਸਾਰੀ ਅਫਸਰਸ਼ਾਹੀ ਵੀ ਇਹਨਾਂ ਦੀ ਹੈ, ਸਾਰਾ ਕੁਝ ਇਹਨਾਂ ਦਾ ਉੱਥੇ ਸੀਗਾ। ਗੁਜਰਾਤ ਤੇ ਕਿਵੇਂ ਇਹਨਾਂ ਨੇ ਚੀਕ ਝੰਗਾੜਾ ਪਾਤਾ, ਦਿੱਲੀ ਤੇ ਕਿਉਂ ਨਹੀਂ ਪਾਇਆ ਚੀਕ ਝੰਗਾੜਾ? ਠੀਕ ਹੈ ਸਰ, ਕਾਫੀ ਸਾਰੇ ਤੁਸੀਂ ਸਵਾਲ ਚੱਕ ਰਹੇ ਹੋ। ਸਾਡੇ ਨਾਲ ਜਸਵਿੰਦਰ ਸਿੰਘ ਜੌਲੀ ਜੁੜ ਗਏ ਨੇ, ਚੇਅਰਮੈਨ ਨੇ ਲੀਗਲ ਸੈੱਲ DSGMC। ਤੇ ਜੌਲੀ ਸਾਹਿਬ, ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ? ਠੀਕ ਹੈ, ਇੱਕ SIT ਦਾ ਗਠਨ ਹੋਇਆ ਤੇ ਉੱਤੋਂ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਬਿਆਨ ਆਉਂਦਾ ਹੈ ਕਿ ਹਾਂ ਸੱਜਣ ਕੁਮਾਰ ਵੀ ਇਸ ਦੇ ਵਿੱਚ ਇਨਵੋਲਵ ਸੀਗਾ, 2-3 ਹੋਰ ਆਗੂਆਂ ਦੇ ਉਹਨਾਂ ਨੇ ਨਾਮ ਲਏ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਸੁਪਰੀਮ ਕੋਰਟ ਦਾ, ਜਿਨ੍ਹਾਂ ਨੇ ਅੱਜ ਇਸ SIT ਨੂੰ ਇੱਕ ਨਵੀਂ ਸ਼ੇਪ ਦਿੱਤੀ, ਔਰ ਬੜੀ ਲੋੜ ਸੀ ਇਸ SIT ਦੀ।
ਬਿਕੋਜ਼ ਜਿਹੜੀ ਐਸਆਈਟੀ ਪਹਿਲੇ ਬਣ ਕੇ ਕੰਮ ਕਰ ਰਹੀ ਸੀਗੀ, ਉਹਨਾਂ ਨੇ ਕੁਝ ਕੇਸਿਸ ਇਨਵੈਸਟੀਗੇਟ ਕੀਤੇ, ਕੁਝ ਕਲੋਜ਼ ਕਰਤੇ। ਦਿੱਲੀ ਗੁਰਦੁਆਰਾ ਕਮੇਟੀ ਨੇ ਵੀ 200 ਤੋਂ ਉੱਤੇ ਕੇਸ ਉਹਨਾਂ ਨੂੰ ਜਿਹੜੇ ਨੇ ਅਸੀਂ ਉਹਨਾਂ ਨੂੰ ਦੇ ਕੇ ਆਏ ਸੀਗੇ ਕਿ ਇਸ 'ਤੇ ਇਨਵੈਸਟੀਗੇਸ਼ਨ ਕੀਤੀ ਜਾਏ। ਜਿਹੜੇ ਕੇਸਿਸ ਬੰਦ ਹੋਏ ਨੇ, ਔਰ ਸੁਪਰੀਮ ਕੋਰਟ ਨੇ ਜਿਹੜਾ ਆਬਜ਼ਰਵੇਟਰੀ ਕਮੇਟੀ ਬਣਾਈ ਸੀ ਔਰ ਜਸਟਿਸ ਪੰਚਾਲ ਔਰ ਜਸਟਿਸ ਰਾਧਾ ਕ੍ਰਿਸ਼ਨਨ ਨੇ ਜੋ ਪੁਆਇੰਟ ਆਊਟ ਕੀਤਾ ਹੈ, ਮੇਰੇ ਖਿਆਲ ਨਾਲ ਬਿਲਕੁਲ ਠੀਕ ਪੁਆਇੰਟ ਕੀਤਾ ਹੈ ਕਿ 186 ਦੇ ਅੰਦਰ ਫਰਦਰ ਇਨਵੈਸਟੀਗੇਸ਼ਨ ਦੀ ਲੋੜ ਹੈ। ਔਰ ਉਹ ਫਰਦਰ ਇਨਵੈਸਟੀਗੇਸ਼ਨ ਜਦ ਅੱਗੇ ਸਟਾਰਟ ਹੋਏਗੀ ਤੇ ਕहीं ਨਾ ਕहीं ਕਿੱਥੇ ਨਾ ਕਿੱਥੇ ਉਹ ਜਿਹੜੀ ਕਮੀਆਂ ਉਸ ਟਾਈਮ ਦਿੱਲੀ ਪੁਲਿਸ ਦੀ ਔਰ ਕਾਂਗਰਸ ਦੇ ਲੋਕਾਂ ਦੀ, ਜਿਨ੍ਹਾਂ ਨੇ ਕਾਂਗਰਸ ਨੇ ਇਨਵੋਲਵ ਹੋ ਕੇ ਸਾਰਾ ਕੰਮ ਕਰਾਇਆ ਸੀਗਾ, ਉਹ ਨੈਕਸਸ ਅੱਜ ਬਾਹਰ ਨਿਕਲ ਕੇ ਸਾਹਮਣੇ ਆਏਗਾ। ਉਹ ਨੈਕਸਸ ਨਿਕਲਦੇ ਨੂੰ ਦੇਖਦੇ ਹੋਏ, ਉਸ ਟਾਈਮ ਦਿੱਲੀ ਪੁਲਿਸ ਦੇ ਬਿਆਨ ਜਾਂ ਉਸ ਟਾਈਮ ਦੇ ਜਿਹੜੇ ਵਿਟਨੈਸ ਔਰ ਉਸ ਟਾਈਮ ਦੇ ਕੰਪਲੇਨੈਂਟਸ ਨੂੰ ਦੇਖਦੇ ਹੋਏ ਅੱਜ ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਇਹ ਬਿਆਨ ਦੇਣਾ ਹੀ ਪੈ ਗਿਆ ਔਰ ਓਪਨ ਸੇਮ ਡੇ ਤੇ ਇਹ ਬਿਆਨ ਦੇਣਾ ਕਿ ਸੱਜਣ ਦੀ ਇਨਵੋਲਵਮੈਂਟ ਦੇ ਬਾਰੇ ਗੱਲ ਕਰਨੀ। ਮੈਂ ਸਮਝਦਾ ਇੰਨੇ ਸਾਲ ਤੋਂ ਇੱਕ ਪਾਰਟੀ ਦੇ ਨਾਲ ਸੱਜਣ ਕੁਮਾਰ ਔਰ ਜਗਦੀਸ਼ ਟਾਈਟਲਰ ਦੇ ਨਾਲ ਕਾਂਗਰਸ ਦਾ ਇੱਕ ਪਲੇਟਫਾਰਮ ਸ਼ੇਅਰ ਕਰਨਾ ਔਰ ਉਸ ਕਾਂਗਰਸ ਪਾਰਟੀ ਦੀ ਚੀਫ ਮਿਨਿਸਟਰੀ ਜਿਹੜੀ ਹੈ, ਸੀਐਮ ਦੀ ਕੁਰਸੀ ਤੇ ਬੈਠਣਾ, ਔਰ ਇਹ ਸਮਝ ਨਹੀਂ ਸਕਦੇ, ਇਸ ਗੱਲ ਤੋਂ ਸਮਝ ਨਹੀਂ ਆਉਂਦਾ ਕਿ क्या आज सज्जन और टाइटलर कांग्रेस विच हैं कि नहीं है। अगर सज्जन और टाइटलर कांग्रेस च ने तो क्या कैप्टन साहब तुसी उसी कांग्रेस दे पार्ट हो, उसी कांग्रेस दे चीफ मिनिस्टर पंजाब दे हो कि नहीं हो। अगर हो तो बड़ी शर्म की गल है। जे तुहानू अज सज्जन का रोल दिखता है तो तुहानू उहदे नाल उस पार्टी च रहन दा कोई हक नहीं बनता। तुहानू इमीडिएट सीएमशिप तो अपनी रिजाइन देना चाहिए और कांग्रेस तो रिजाइन करना चाहिए। ਤੁਸੀਂ ਕਾਂਗਰਸ ਦੀ ਗੱਲ ਤਾਂ ਕਰ ਰਹੇ ਹੋ, ਪਰ 2 ਸਾਲ ਹੋ ਗਏ ਡੀਐਸਜੀਐਮਸੀ ਦੇ ਵਿੱਚ ਤੁਸੀਂ ਹੋ, ਠੀਕ ਹੈ। ਕੇਂਦਰ ਦੇ ਵਿੱਚ ਵੀ ਤੁਹਾਡੀ ਸਰਕਾਰ ਇੱਕ ਤਰ੍ਹਾਂ ਨਾਲ ਮੰਨ ਲਿਆ ਜਾਵੇ ਬੀਜੇਪੀ ਨਾਲ, ਅਕਾਲੀ ਦਲ ਭਾਈਵਾਲ, ਤੁਸੀਂ ਵੀ ਉਸ ਦੇ ਨਾਲ ਜੁੜੇ ਹੋਏ ਹੋ, ਤੇ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕਿਹਾ, ਕੇਂਦਰ ਦੇ ਕੋਲ ਜਾ ਕੇ ਮੰਗ ਕੀਤੀ ਕਿ ਐਸਆਈਟੀ ਦਾ ਕੋਈ ਕੰਮ ਹੀ ਨਹੀਂ ਕਰਦੀ ਪਈ, ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਅਫਸਰ ਬਣਾਏ ਹੋਏ ਨੇ। ਦੇਖੋ, ਸਭ ਤੋਂ ਪਹਿਲਾਂ ਐਸਆਈਟੀ ਜਿਹੜੀ ਬਣਾਈ ਗਈ ਉਹਦੀ ਫਾਰਮੇਸ਼ਨ ਤੁਹਾਨੂੰ ਦੱਸ ਦਈਏ। ਜਸਟਿਸ ਮਾਥੁਰ ਦੀ ਸਿੰਗਲ ਮੈਨ ਦੀ ਇੱਕ ਕਮੇਟੀ ਬਣੀ ਸੀ ਜਿਸ ਨੇ ਰਿਪੋਰਟ ਦੇਣੀ ਸੀ ਕਿ ਇੰਨੇ ਸਾਲ ਤੋਂ ਬਾਅਦ ਪਹਿਲੀ ਐਸਆਈਟੀ ਇਨ 1984 ਮੈਟਰਸ ਵਾਈ ਇਟ ਇਜ਼ ਰਿਕੁਆਇਰਡ। ਬਾਦਲ ਸਾਹਿਬ ਨੇ ਜਾ ਕੇ ਹੋਮ ਮਿਨਿਸਟਰ ਸਾਹਿਬ ਨੂੰ ਔਰ ਪੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਤੇ ਉਹ ਕਮੇਟੀ ਫਾਰਮ ਹੋਈ ਕਿ ਸਾਨੂੰ ਐਸਆਈਟੀ ਇਸ ਤੇ ਚਾਹੀਦੀ ਹੈ। ਹੁਣ ਉਹ ਐਸਆਈਟੀ ਕਿਵੇਂ ਕੰਮ ਕਰੇਗੀ, ਕਿਉਂ ਕੰਮ ਕਰੇਗੀ, ਉਹਦਾ ਕੀ ਰੀਜ਼ਨ ਇੰਨੇ ਸਾਲ ਤੋਂ ਬਾਅਦ, ਕਿਸ ਤਰ੍ਹਾਂ ਕੋਰਟ ਕੇਸਿਸ ਖੋਲੇ ਜਾਣਗੇ। ਮੈਂ ਕਹਿੰਦਾ ਇੰਨੀ ਪੁਰਾਣੀ ਐਫਆਈਆਰਸ ਨੇ ਕਿ ਜਿਸ ਟਾਈਮ ਅਸੀਂ ਜਸਟਿਸ ਮਾਥੁਰ ਨੂੰ ਜਾ ਕੇ ਕੰਟੈਕਟ ਕੀਤਾ, ਮੈਂ ਸੀਗਾ, ਸਿਰਸਾ ਜੀ ਸੀਗੇ, ਜੀਕੇ ਸਾਹਿਬ ਸੀਗੇ, ਤੇ ਉਹਨਾਂ ਨੇ ਕਿਹਾ ਇੰਨੇ ਪੁਰਾਣੇ ਕੇਸਿਸ ਖੋਲਣ ਲਈ ਰਿਕਾਰਡ ਚਾਹੀਦਾ, ਟਾਈਮ ਚਾਹੀਦਾ, ਇਨਫਰਾਸਟ੍ਰਕਚਰ ਚਾਹੀਦਾ। ਤੁਹਾਡੀ ਕੀ ਮੇਨ ਕੰਪਲੇਂਟ ਹੈ ਜਿਸ ਨੂੰ ਤੁਸੀਂ ਸੋਚਦੇ ਹੋ ਕਿ 1984 ਦੇ ਇੰਨੇ ਕਮਿਸ਼ਨਸ ਤੋਂ ਬਾਅਦ ਐਸਆਈਟੀ ਬਣਨੀ ਚਾਹੀਦੀ ਹੈ? ਸਾਡਾ ਇੱਕ ਹੀ ਗੱਲ ਸੀਗੀ ਕਿ ਜਿਹੜੇ ਸਿੱਖ, ਚਾਹੇ ਉਹ ਕਾਂਗਰਸ ਦੇ ਹੋਣ, ਠੀਕ ਹੈ, ਉਸ ਟਾਈਮ ਸਿੱਖ ਨੂੰ ਕਿਸੇ ਨੇ ਸਿੱਖ ਪਾਰਟੀ ਦਾ ਨਹੀਂ ਦੇਖਿਆ ਕਿ ਕਮਿਊਨਿਸਟ ਦਾ, ਬੀਜੇਪੀ ਦਾ, ਸਿੱਖ ਹੈ ਜਾਂ ਅਕਾਲੀ ਹੈ, ਕਿਹੜਾ ਹੈ। ਜਿਹੜਾ ਸਿੱਖ ਟ੍ਰਾਂਜ਼ਿਟ ਸੀਗਾ, ਚਾਹੇ ਉਹ ਪੁਲਿਸ ਦਾ ਸੀਗਾ, ਚਾਹੇ ਆਰਮੀ ਦਾ ਸੀ, ਚਾਹੇ ਟਰੱਕ ਡਰਾਈਵਰ ਭਰਾ ਸੀ ਸਾਡਾ, ਚਾਹੇ ਟੈਕਸੀ ਵਾਲਾ ਸੀਗਾ, ਉਹਨੂੰ ਗੱਡੀਆਂ ਚੋਂ ਕੱਢ ਕੇ ਖੇਤਾਂ 'ਚ ਸਾੜਤਾ। ਉਹਨਾਂ ਦਾ ਅੱਜ ਤੱਕ ਇੱਕ ਐਫਆਈਆਰ ਦਿਖਾ ਦਿਓ ਕਿ ਇਨ ਟ੍ਰਾਂਜ਼ਿਟ ਜਿਹੜੇ ਸਿੱਖ ਮਰੇ ਨੇ ਉਹਨਾਂ ਦੀ ਇੰਨੀ ਐਫਆਈਆਰ ਦਰਜ ਹੋਈ ਹੈ, ਉਹਨਾਂ ਨੂੰ ਇੰਨੇ ਡੈਥ ਸਰਟੀਫਿਕੇਟ ਮਿਲੇ ਨੇ ਔਰ ਉਹਨਾਂ ਨੂੰ ਇਹ ਕੰਪਨਸੇਸ਼ਨ ਮਿਲਿਆ। ਇਸ ਚੀਜ਼ ਦਾ ਮਾਥੁਰ ਸਾਹਿਬ ਕੋਲ ਜਵਾਬ ਨਹੀਂ ਸੀ। ਉਹਨਾਂ ਨੇ ਕਿਹਾ ਕਿ ਆਈ ਗॉट योर पॉइंट, ਐਸਆਈਟੀ ਜ਼ਰੂਰ ਬਣਨੀ ਚਾਹੀਦੀ ਹੈ। ਠੀਕ ਹੈ, ਐਸਆਈਟੀ ਜ਼ਰੂਰ ਬਣਨੀ ਚਾਹੀਦੀ ਹੈ, ਤੁਸੀਂ ਕਹਿ ਰਹੇ ਹੋ। ਬਣੀ ਸਾਡੇ ਨਾਲ ਬਣੀ, ਤੁਸੀਂ ਸੁਣਿਆ ਜੌਲੀ ਸਾਹਿਬ ਨੇ ਫਿਰ ਉਹੀ ਸਵਾਲ ਚੁੱਕੇ ਨੇ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਉਸ ਦਾ ਫਾਇਦਾ ਕੀ ਹੈਗਾ। ਪਾਰਟੀ ਤਾਂ ਸੇਮ ਹੀ ਹੈ, ਬੰਦੇ ਉਹੀ ਉੱਥੇ ਨੇ ਜੋ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ। ਗੁਰਪ੍ਰੀਤ ਜੀ, ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਹੈ ਕਿ ਕੈਪਟਨ ਸਾਹਿਬ ਨੇ ਅੱਜ ਪਹਿਲੀ ਵਾਰ ਨਹੀਂ ਕਿਹਾ ਹੈਗਾ, ਉਹ ਹਮੇਸ਼ਾ ਤੋਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਨੇ ਕਿ ਮੈਂ ਵੀ ਇਹ, ਜਦ ਮੈਂ ਉੱਥੇ ਮੌਕੇ ਤੇ ਸੀਗਾ, ਮੈਨੂੰ ਵੀ ਇਹ ਗੱਲਾਂ ਲੋਕਾਂ ਨੇ ਦੱਸੀਆਂ ਨੇ ਵੀ ਇੱਦਾਂ ਇਹਨਾਂ ਲੋਕਾਂ ਦੀ ਮੌਜੂਦਗੀ, ਜਿਹੜੇ ਬੰਦੇ ਉਹਨਾਂ ਦੇ ਨਾਮ ਲਏ ਨੇ। ਕੋਈ ਡਿਨਾਈਲ ਨਹੀਂ ਹੈਗੀ ਕਿਸੇ ਗੱਲ ਦੀ ਵੀ ਜੇ ਉਹ ਕਹਿ ਰਹੇ ਨੇ ਕਿ ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਬਾਰ-ਬਾਰ ਮੈਂ ਇਹੀ ਗੱਲ ਕਹਿ ਰਿਹਾ। ਬੰਨੇ ਸੰਧੂ ਜੀ, ਤੁਸੀਂ ਇੱਕ ਚੀਜ਼ ਮੈਨੂੰ ਦੱਸੋ, ਕੋਰਟ ਤੇ ਸਾਨੂੰ ਜਦੋਂ ਜਸਟਿਸ ਦੇਗਾ ਉਹ ਤੁਹਾਡੇ ਹੱਥ 'ਚ ਨਹੀਂ ਹੈਗਾ, ਅਸੀਂ ਮੰਨਦੇ ਹਾਂ, ਲੇਕਿਨ ਜਿਹੜੇ ਤੁਹਾਡੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਨੂੰ ਅੱਜ ਰਾਹੁਲ ਗਾਂਧੀ ਨਵਾਂ ਪ੍ਰਧਾਨ ਬਣਿਆ, ਉਹਨੇ ਸੰਗਠਨ ਦੇ ਵਿੱਚ ਵੱਡੀਆਂ ਕੁਰਸੀਆਂ ਦਿੱਤੀਆਂ, ਉਹਨੂੰ ਬਾਹਰ ਕਢਵਾਓ, ਨਹੀਂ ਤਾਂ ਤੁਸੀਂ ਵੀ ਅਸਤੀਫਾ ਦਿਓ, ਅਮਰਿੰਦਰ ਸਿੰਘ ਵੀ ਅਸਤੀਫਾ ਦੇਵੇ, ਤਾਂ ਸਾਡਾ ਲੱਗੇਗਾ ਕਿ ਤੁਸੀਂ ਸਾਡੇ ਵਾਸਤੇ ਕੁਝ ਕਰ ਰਹੇ ਹੋ। ਦੇਖੋ, ਕੈਪਟਨ ਸਾਹਿਬ ਨੇ ਬਿਆਨ ਜ਼ਰੂਰ ਦਿੱਤਾ, ਕੈਪਟਨ ਸਾਹਿਬ ਨੇ ਜ਼ਰੂਰ ਕਿਹਾ, ਪਹਿਲੇ ਵੀ ਕਿਹਾ ਉਹਨੇ, ਅੱਜ ਵੀ ਕਿਹਾ, ਕੋਈ ਗੱਲ ਨਹੀਂ ਜੀ, ਬੜੀ ਚੰਗੀ ਗੱਲ ਹੈ। ਜਿਸ ਟਾਈਮ ਵੀ ਆਪਣੀ ਇੰਟੈਂਸ਼ਨ ਕਲੀਅਰ ਹੈ, ਬੰਦਾ ਸੋਚਦਾ ਮੈਂ ਆਪਣੀ ਗੱਲ ਬਿਲਕੁਲ ਸਾਹਮਣੇ ਮੀਡੀਆ ਦੇ ਕਹਿ ਦਾਂ, ਲੇਕਿਨ ਉਸ ਤੋਂ ਵੱਡਾ ਸਟੈਪ ਕਰਨਾ ਚਾਹੀਦਾ ਉਹਨਾਂ ਨੂੰ ਕਾਂਗਰਸ ਨੂੰ ਚਿੱਠੀ ਲਿਖਣ, ਰਾਹੁਲ ਗਾਂਧੀ ਨੂੰ, ਔਰ ਕਹਿਣ
ਕਿ ਮੈਂ ਇੱਕ ਸਿੱਖ ਸੀਐਮ ਪੰਜਾਬ ਦਾ, ਕਾਂਗਰਸ ਦਾ ਤੁਹਾਡਾ ਸਿਪਾਹੀ ਹੁੰਦੇ ਹੋਏ ਤੁਹਾਨੂੰ ਰਿਕੁਐਸਟ ਕਰਦਾ ਕਿ ਇਸ ਨੂੰ ਸੱਜਣ ਕੁਮਾਰ ਔਰ ਜਗਦੀਸ਼ ਟਾਈਟਲਰ ਨੂੰ ਇਸ ਪਾਰਟੀ ਤੋਂ ਬਾਹਰ ਕੱਢੋ। ਸਿੱਖਾਂ ਦੇ ਵਰਲਡ ਓਵਰ ਸੈਂਟੀਮੈਂਟ ਜਿਹੜੇ ਨੇ ਹਰਟ ਹੁੰਦੇ ਨੇ। ਇਹ ਚਿੱਠੀ ਜਿਸ ਦਿਨ ਕੈਪਟਨ ਸਾਹਿਬ ਲਿਖਣਗੇ ਉਸ ਦਿਨ ਅਸੀਂ ਮੰਨਾਂਗੇ ਕਿ ਇਹ ਜਿਹੜਾ ਬਿਆਨ ਸਿਰਫ ਮੀਡੀਆ ਲਈ ਕੈਪਟਨ ਸਾਹਿਬ ਦਾ ਨਹੀਂ ਹੈ, ਇਹ ਵਾਕਈ ਇੱਕ ਸਿੱਖ ਦਾ ਦਰਦ ਅੰਦਰੋਂ ਨਿਕਲਿਆ। ਠੀਕ ਹੈ ਮਨਪ੍ਰੀਤ ਜੀ, ਉਹੀ ਚਿੱਠੀ ਤੇ ਗੱਲ ਆ ਗਈ। ਪਹਿਲਾਂ ਤੁਸੀਂ ਯਾਦ ਚਿੱਠੀ ਲਿਖਣ ਦੀ ਗੱਲ ਕਰ ਕੈਪਟਨ ਰਹੇ ਸਾਹਿਬ ਸੱਜਣ ਕੁਮਾਰ ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ ਪਾਰਟੀ ਚੋਂ ਕਢਾ ਦੇ, ਨਹੀਂ ਤੇ ਉਹਨਾਂ ਨੂੰ ਚੀਫ ਮਿਨਿਸਟਰ ਪੰਜਾਬ ਦਾ ਰਹਿਣ ਦਾ ਕੋਈ ਹੱਕ ਨਹੀਂ। ਜਿਸ ਤਰ੍ਹਾਂ ਪਹਿਲੇ ਵੀ ਉਹ 2 ਵਾਰੀ ਅਸਤੀਫਾ ਦੇ ਕੇ ਬਾਹਰ ਹੋਏ, ਉਹਨਾਂ ਨੂੰ ਅੱਜ ਵੀ ਅਸਤੀਫਾ ਦੇ ਕੇ ਬਾਹਰ ਹੋਣਾ ਚਾਹੀਦਾ। ਮਨਪ੍ਰੀਤ ਜੀ, ਕੋਹਲੀ ਸਾਹਿਬ ਦੇਖੋ ਗੱਲ ਇਹ ਹੈ, ਸਾਰੇ ਲੋਕ ਇਸ ਚੀਜ਼ ਨੂੰ ਉਹ ਕਰਦੇ ਨੇ। ਮੈਂ ਕਲੀਅਰ ਕਰਨਾ ਚਾਹੁੰਦਾ, ਅਸੀਂ ਕਿਸੇ ਦੀ ਹਮਾਇਤ ਨਹੀਂ ਕਰ ਰਹੇ। ਜੇ ਹਮਾਇਤ ਕਰਨੀ ਹੁੰਦੀ ਤਾਂ ਸ਼ਾਇਦ ਸੀਐਮ ਸਾਹਿਬ ਵੀ ਨਾ ਬੋਲਦੇ, ਲੇਕਿਨ ਸੀਐਮ ਸਾਹਿਬ ਨੇ ਅੱਜ ਪਹਿਲੀ ਵਾਰ ਨਹੀਂ ਬੋਲਿਆ, ਬੜੀ ਵਾਰ ਪਹਿਲਾਂ ਬੋਲਿਆ। ਔਰ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਤਾਂ ਕਿਸੇ ਕਮਿਸ਼ਨ ਨੂੰ ਜਾਂ ਕਿਸੇ ਆਫੀਸ਼ੀਅਲ ਕਮਿਸ਼ਨ ਨੂੰ ਜਾਂ ਕਿਸੇ ਕਮੇਟੀ ਨੂੰ ਸ਼ਾਇਦ ਇਹਨਾਂ ਨੇ ਪਹਿਲਾਂ ਚਿੱਠੀ ਵੀ ਲਿਖੀ ਹੋਵੇ। ਮੈਂ ਅਨਵੈਰੀਫਾਈਡ ਹੈ ਮੇਰੀ ਨਿਊਜ਼, ਬਟ ਆਈ ਥਿੰਕ ਸੋ ਇਹਨਾਂ ਨੇ ਚਿੱਠੀ ਵੀ ਲਿਖੀ ਹੈ। ਮੈਂ ਤੁਹਾਨੂੰ ਆਪਣਾ ਦੱਸਦਾ ਜੀ, ਮੰਨੋ ਜਿਹੜਾ ਹੈਗਾ ਕਾਂਗਰਸ ਸਰਕਾਰ ਤੋਂ ਪਹਿਲੇ ਜਿਹੜੀ ਹੈ ਸਿਕਿਉਰਿਟੀ ਮਿਲੀ ਹੋਈ ਸੀ, ਗਨਮੈਨ ਮਿਲਿਆ ਹੋਇਆ ਸੀ। ਜਿਸ ਤਰ੍ਹਾਂ ਹੀ ਕਾਂਗਰਸ ਦੀ ਸਰਕਾਰ ਆਈ, ਚੌਥੇ ਦਿਨ ਮੇਰੇ ਸਿਕਿਉਰਿਟੀ ਵਾਲੇ ਨੂੰ ਫੋਨ ਆਇਆ ਕਿ ਤੂੰ ਇਸ ਟਾਈਮ ਕਿੱਥੇ ਹੈਗਾ। ਕਹਿੰਦਾ ਜੀ ਮੈਂ ਫਲਾਣੀ ਜਗ੍ਹਾ ਕੋਹਲੀ ਸਾਹਿਬ ਨਾਲ ਆ। ਕਹਿੰਦੇ ਤੂੰ ਇਮੀਡੀਏਟ 3 ਵੀਲਰ ਪਕੜ, ਚਾਹੇ ਬੱਸ ਤੇ ਆ, ਥਾਣੇ ਪਹੁੰਚੋ, ਇਹਨਾਂ ਦੀ ਸਿਕਿਉਰਿਟੀ ਵਿਡਰਾ ਕਰ ਲਈ ਹੈ। ਇਹ ਬਹੁਤ ਸ਼ੇਮ ਦੀ ਗੱਲ ਹੈ। ਉਧਰੋਂ ਤੁਸੀਂ ਕਾਤਲਾਂ ਨੂੰ 40 50 ਬੰਦਿਆਂ ਦੀ ਸਿਕਿਉਰਿਟੀ ਜੱਜ ਸ਼੍ਰੇਣੀ ਦਿਓ, ਤੇ ਜਿਹੜੇ ਵਿਕਟਮ ਹੈਗੇ, ਜਿਹੜੇ ਆਈ ਵਿਟਨੈਸ ਹੈਗੇ, ਉਹਨਾਂ ਦੀ ਸਿਕਿਉਰਿਟੀ ਖੋ ਕੇ ਉਹਨਾਂ ਨੂੰ ਡੀਮੋਰਲਾਈਜ਼ ਕਰੋ। ਬਹੁਤ ਸ਼ਰਮ ਦੀ ਗੱਲ ਹੈ। ਕੋਹਲੀ ਸਾਹਿਬ ਜਵਾਬ ਦੇਣਾ, ਮਨਪ੍ਰੀਤ ਜੀ ਨੂੰ ਜਵਾਬ ਦੇਣ ਦਿਓ। ਜੇ ਸਿਕਿਉਰਿਟੀਜ਼ ਵਿਡਰਾ ਹੋਈਆਂ ਨੇ, ਸਾਰੇ ਪੰਜਾਬ ਦੀਆਂ ਸਾਰੀਆਂ ਸਿਕਿਉਰਿਟੀਜ਼ ਵਿਡਰਾ ਹੋਈਆਂ ਨੇ ਐਟ ਵਨ ਟਾਈਮ। ਨੋ ਗਲਤ ਗੱਲ ਹੈ ਜੀ, ਇਹ ਬਿਲਕੁਲ ਹੈਗੀ ਹੈ, ਵਿਡਰਾ ਹੋਈ ਹੈ। ਅਸੀਂ ਜੇ ਵਿਡਰਾ ਹੋਈ ਹੈ, ਅਸੀਂ ਕੋਸ਼ਿਸ਼ ਕਰਾਂਗੇ ਵਾਪਸ ਇਹਨਾਂ ਨੂੰ ਮਿਲ ਜਾਵੇ। ਇਹਦੇ ਮੈਂ ਇਹਨਾਂ ਨੂੰ ਨਹੀਂ, ਪਰ ਇੱਕ ਇਹਨਾਂ ਦਾ ਮੈਟਰ ਟੇਕ ਅਪ ਕਰ ਲਾਂਗੇ। ਇੱਕ ਸਵਾਲ ਹੈ, ਇੱਕ ਗੱਲ ਦੱਸੋ ਕਿ ਤੁਸੀਂ ਸਿਕਿਉਰਿਟੀ ਵਿਟਨੈਸ ਦੀ ਵਿਡਰਾ ਕਰ ਰਹੇ ਹੋ, ਇਹ ਕੀ ਦਿਖਾਣਾ ਚਾਹ ਰਹੇ ਹੋ ਤੁਸੀਂ ਕਿ ਤੁਹਾਡਾ ਜਿਹੜਾ ਦਰਦ 1984 ਦੇ ਲਈ ਹੈ ਉਹ ਇਹੀ ਹੈ ਕਿ ਇੱਕ ਵਿਟਨੈਸ ਨੂੰ ਡਰਾਤਾ ਜਾਏ, ਉਹਨੂੰ ਇੰਨਾ ਟੈਰਰਾਈਜ਼, ਇੰਨਾ ਪ੍ਰੈਸ਼ਰ ਕਰਤਾ ਜਾਏ ਕਿ ਜਿਹੜਾ ਬੰਦਾ ਜਿਹੜੀ ਕੋਰਟ ਜਿਨ੍ਹਾਂ ਨੂੰ ਸਿਕਿਉਰਿਟੀ ਦੇ ਰਹੀ ਹੈ। ਸੇਕਦੇ ਹੋ ਹਰ ਗੱਲ ਵਿੱਚ, ਤੁਸੀਂ ਵਿਟਨੈਸ ਦੀ ਸਿਕਿਉਰਿਟੀ ਦੀ ਗੱਲ ਨਾ ਕਰਕੇ ਤੁਸੀਂ ਉਹਨਾਂ ਦੀ ਸਿਕਿਉਰਿਟੀ ਉਤਰਵਾਉਣ ਦੀ ਗੱਲ ਕਰ ਰਹੇ ਹੋ, ਜਿੱਥੇ ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਵਿਟਨੈਸ ਨੂੰ ਦਿੱਲੀ ਤੱਕ ਜਾ ਕੇ ਲੈ ਕੇ ਜਾਓ ਅੰਡਰ ਸਿਕਿਉਰਿਟੀ, ਤੁਸੀਂ ਉਹਨਾਂ ਦੀ ਸਿਕਿਉਰਿਟੀ ਉਤਰਵਾ ਰਹੇ ਹੋ। ਮੈਂ ਕਹਿਤਾ ਰਿਹਾ ਵੀ ਕਿਉਂ ਰੋਟੀਆਂ ਸੇਕਣ ਤੋਂ ਹਟਦੇ ਨਹੀਂ। ਸੁਣ ਲਿਓ ਗੱਲ ਨੂੰ ਪੂਰੀ ਸੁਣ ਲਿਓ। ਐਟ ਰੈਂਡਮ ਸਿਕਿਉਰਿਟੀ ਵਿਡਰਾ ਹੋਊਗੀ। ਮੈਂ ਇਹਨਾਂ ਨੂੰ ਅਸ਼ੋਰ ਕਰ ਰਿਹਾ ਵੀ ਆਈ ਵਿਲ ਟੇਕ ਅਪ ਦੀ ਮੈਟਰ ਕਿ ਇਹਨਾਂ ਨੂੰ ਸਿਕਿਉਰਿਟੀ ਵਾਪਸ ਮਿਲ ਜਾਵੇ। ਠੀਕ ਹੈ ਸਰ, ਠੀਕ ਹੈ। ਮਲੂਕਾ ਸਾਹਿਬ ਕੁਝ ਕੋਈ ਐਸੀ ਗੱਲ ਹੈ ਹੀ ਨਹੀਂ ਜੀ। ਅੱਜ ਇਹਨਾਂ ਨੇ ਕਿਹਾ ਸੀ ਜ਼ਰੂਰ ਇਹਨਾਂ ਟੇਕ ਅਪ ਕਰ ਲਾਂਗੇ। ਠੀਕ ਹੈ ਬਣੀ ਜੀ। ਮਲੂਕਾ ਸਾਹਿਬ ਗੱਲ ਨਹੀਂ ਹੈਗੀ ਇਹ। ਠੀਕ ਹੈ ਮਨਪ੍ਰੀਤ, ਸਿਕਿਉਰਿਟੀ ਦਿਓ ਜਾਂ ਨਾ ਦਿਓ, ਕਾਂਗਰਸ ਦੇ ਵਿੱਚੋਂ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ 24 ਘੰਟਿਆਂ ਚੋਂ ਬਾਹਰ ਕੱਢ ਦਿਓ। ਕੋਹਲੀ ਸਾਹਿਬ ਦੀ ਸੁਣਿਆ ਮੈਂ ਫੈਕਟਰੀ ਦੀ ਬੱਤੀ ਵੀ ਕੱਢਤੀ ਜੀ ਸਰਕਾਰ ਨੇ, ਕਾਂਗਰਸ ਦੀ। ਦੇਖੋ ਚਲੋ ਸਰ, ਅੱਜ ਮੈਨੂੰ ਮੈਸੇਜ ਆਇਆ ਕਿ ਕੋਹਲੀ ਸਾਹਿਬ ਦੀ, ਮੈਨੂੰ ਤਾਂ ਦੇਖੋ ਇੱਕ ਮਿੰਟ ਸਰ, ਮਲੂਕਾ ਸਾਹਿਬ ਵੈਸੇ ਬੜੀ ਗੱਲ ਹੈ ਹੈਰਾਨੀ ਦੀ ਕਿ ਕੋਹਲੀ ਸਾਹਿਬ ਦੀ ਤਾਂ ਸਿਕਿਉਰਿਟੀ ਵਾਪਸ ਲੈ ਲਈ, 1 ਜਾਂ 2 ਬੰਦੇ ਹੀ ਹੋਣਗੇ, ਇਸ ਤੋਂ ਬਾਅਦ ਇਹਨਾਂ ਕੋਲ ਵਿਚਾਰਿਆਂ ਕੋਲ ਹੋਣੇ ਵੀ ਨਹੀਂ। ਮੈਨੂੰ ਤਾਂ ਪਤਾ ਵੀ ਨਹੀਂ ਸੀ, ਇਹਨਾਂ ਨੇ ਦੱਸਿਆ 1 ਜਾਂ 2, ਮੈਂ ਉਹੀ ਕਿਹਾ। ਤੇ ਜਿਹੜੇ ਆਮ ਸਧਾਰਨ ਕਾਂਗਰਸੀ ਵਰਕਰ ਆ, ਐਵੇਂ ਜਿਨ੍ਹਾਂ ਕੋਲ ਕੋਈ ਉਹਦਾ ਵੀ ਹੈ ਨਹੀਂ, ਉਹਨਾਂ ਕੋਲੇ 10 ਹੈਗੇ ਨੇ ਅੱਜ ਵੀ। ਤੁਹਾਨੂੰ ਕਿੰਨਿਆਂ ਦਾ ਕਹੋ ਤਾਂ ਮੈਂ ਨਾਂ ਲੈ ਦੂੰ, ਲਿਸਟ ਲਿਆ ਦੂੰਗਾ। ਉਹ ਤਾਂ ਲਈ ਬੈਠੇ ਨੇ। ਜਿਹੜਾ ਇੱਕ ਗਵਾਹ ਹੈ ਉਹਨਾਂ ਦੇ ਉੱਤੇ, ਉਹਦੀ ਵਾਪਸ ਲੈ ਲਈ। ਉਹਦੀ ਇੰਟੈਂਸ਼ਨ ਸਮਝਣੀ ਚਾਹੀਦੀ ਹੈ। ਨਾ ਇਨਸਾਫੀ ਵਾਲੀ ਮੈਂ ਨਾਰਮਲ ਕਾਂਗਰਸ ਵਰਕਰ ਆ, ਮੇਰੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ। ਗਲਤ ਬਿਆਨੀ ਕਰੀ ਜਾਂਦੇ ਨੇ। ਅੱਛਾ, ਉਦੋਂ ਅੱਗੇ ਇੰਨਾ ਹੈਰਾਨੀ ਫੇਰ ਹੁੰਦੀ ਹੈ ਉਹੀ ਗੱਲ ਬਾਰ-ਬਾਰ ਦੀ ਵੀ ਇੱਕ ਪਾਸੇ ਕਹੀ ਜਾਂਦੇ ਆ ਬੰਦੇ ਦੋਸ਼ੀ ਆ, ਇੱਕ ਪਾਸੇ ਕਾਂਗਰਸ ਪਾਰਟੀ ਮਾਫੀਆਂ ਮੰਗੀ ਜਾਂਦੀ ਆ, ਇੱਕ ਪਾਸੇ ਮੁੱਖ ਮੰਤਰੀ ਕਹੀ ਜਾਂਦੇ ਆ ਦੋਸ਼ੀ ਆ। ਮੈਂ ਸਾਰਾ ਕੁਝ ਦਿੱਲੀ 'ਚ ਆਪ ਵੇਖਿਆ। ਫਿਰ ਉਹ ਕਿਉਂ ਕਾਂਗਰਸੀਆਂ ਨੂੰ ਉਹਦੇ ਤੇ ਕਿਉਂ ਬਿਠਾਈ ਬੈਠੇ ਆ? ਫਿਰ ਕੀ ਮਜਬੂਰੀ ਆ ਕਿ ਉਹਨਾਂ ਨੂੰ ਰੱਖੀ ਬੈਠੇ ਆ? ਗੁਰਪ੍ਰੀਤ ਜੀ, ਮਜਬੂਰੀ ਇਹ ਹੈ ਜਿੱਦੇ ਸੱਜਣ ਕੁਮਾਰ ਹੋਰਿਆਂ ਨੂੰ, ਟਾਈਟਲਰ ਹੋਰਿਆਂ ਨੂੰ, ਇਹਨਾਂ ਨੂੰ ਪਾਰਟੀ 'ਚੋਂ ਕੱਢਤਾ, ਕਾਂਗਰਸ ਨੇ ਪਾਸੇ ਕਰਤਾ। ਉਹ ਢੋਲ ਵਜਾ ਕੇ ਕਹਿਣਗੇ ਦਿੱਲੀ ਦੇ ਵਿੱਚ ਕਿ ਸਾਥੋਂ ਆ ਬੰਦਿਆਂ ਨੇ ਕਰਾਇਆ, ਸਾਥੋਂ ਆ ਕਰਾਇਆ। ਮਲੂਕਾ ਸਾਹਿਬ, ਇੱਕ ਸਵਾਲ ਮੇਰਾ ਤੁਹਾਡੇ ਤੋਂ ਵੀ ਹੈ, ਇੱਕ ਸਵਾਲ ਤੁਹਾਡੇ ਤੋਂ ਵੀ ਹੈ ਤੇ 1 ਮਿੰਟ ਜੋਲੀ ਸਾਹਿਬ ਤੁਹਾਡੇ ਤੋਂ ਵੀ ਹੈ। ਜਿੰਨੀ ਦੇਰ ਤੱਕ ਫੂਲਕਾ ਸਾਹਿਬ ਇੰਡੀਪੈਂਡੈਂਟ ਹੋ ਕੇ ਕੇਸ ਲੜਦੇ ਸੀਗੇ 84 ਦੇ, ਉਦੋਂ ਤੁਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਰਹੇ, ਤੇ ਜਦੋਂ ਤੋਂ ਉਹ ਦੂਜੀ ਪਾਰਟੀ 'ਚ ਗਏ, ਇੱਕ ਸਿਆਸੀ ਧਿਰ ਉਹਨਾਂ ਨੇ ਜੋ ਕਰ ਲਈ, ਤੇ ਤੁਸੀਂ ਤਾਂ ਉਹਨਾਂ ਨੂੰ ਗਲਤ ਦੱਸਣ ਲੱਗ ਪਏ ਵੀ ਇਹ ਸਹੀ ਪੈਰਵਾਈ ਨਹੀਂ ਕਰ ਰਹੇ। ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਸਨ ਜੋਲੀ ਸਾਹਿਬ ਜੀ। ਸੇਮ ਲੀਗਲ ਸਿਸਟਮ, ਸੇਮ ਕੋਰਟ, ਸੇਮ ਕਚਹਿਰੀ, ਡੇਲੀ ਹਰ ਮੈਟਰ ਦੇ ਅੰਦਰ
ਉਹਨਾਂ ਨਾਲ ਪਹਿਲੇ ਵੀ ਸ਼ੇਅਰ ਕਰਦੇ ਸੀ, ਅੱਜ ਵੀ ਕਰਦੇ ਆ। ਸਾਡੀ ਤਰਫੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਜਿਹੜਾ ਗੁਰੂ ਦਾ ਸਿੱਖ 1984 ਦੇ ਕੇਸ 'ਚ ਆ ਕੇ ਹੈਲਪ ਕਰਨਾ ਚਾਹੇਗਾ, ਸਾਡੀ ਤਰਫੋਂ ਮੋਸਟ ਵੈਲਕਮ ਹੈ। ਦਿੱਲੀ ਕਮੇਟੀ ਸਿੱਖਾਂ ਦੀ ਕਮੇਟੀ ਹੈ, ਸਿੱਖਾਂ ਦੇ ਲਈ ਬਣੀ ਹੈ। ਉਹਨੇ ਆਮ ਆਦਮੀ ਪਾਰਟੀ ਦਾ ਵਕੀਲ ਸਿੱਖ ਆ ਜਾਏ, ਭਾਵੇਂ ਕਾਂਗਰਸ ਦਾ ਸਿੱਖ ਵਕੀਲ ਆ ਕੇ 84 ਦੀ ਗੱਲ ਆਏ, ਅਸੀਂ ਫੁਲਕਾ ਸਾਹਿਬ ਉਹ ਤਾਂ ਇੰਡੀਵਿਜੂਅਲ ਤੌਰ ਤੇ ਪਹਿਲਾਂ ਤੋਂ ਹੀ ਲੜਦੇ ਪਏ ਸਨ। ਡੀਐਸਜੀਐਮਸੀ ਦਾ ਮੇਰੇ ਖਿਆਲ ਨਾਲ ਹੁਣ ਲੜਨ ਲੱਗੀ ਹੋਏਗੀ। ਵਿਕਟਿਮਸ ਦੇ ਵਕਾਲਤਨਾਮੇ ਉਹਨਾਂ ਦੇ ਜੂਨੀਅਰ ਕੋਲ ਵੀ ਨੇ ਤੇ ਸਾਡੀ ਟੀਮ ਕੋਲ ਵੀ ਨੇ। ਜੁਆਇੰਟ ਐਫਰਟ ਹੈਗਾ। ਅਸੀਂ ਆਪਣੀ ਤਰਫੋਂ ਸਾਡੀ ਟੀਮ ਸਰਦਾਰ ਗੁਰਬਖਸ਼ ਸਿੰਘ, ਸਰਦਾਰ ਹਰਪ੍ਰੀਤ ਸਿੰਘ ਹੋਰਾ, ਸਰਦਾਰ ਸ਼੍ਰੀ ਲక్ష్ਮੀ ਚੰਦ ਜੀ, ਸਾਡੇ ਕਈ ਬੰਦੇ ਵਕੀਲ ਉਹਦੇ ਅੰਦਰ ਰੈਗੂਲਰ ਹੈਗੇ ਨੇ। ਜਗਦੀਸ਼ ਟਾਈਟਲਰ ਦੇ ਮੈਟਰ ਤੇ ਵੀ ਅੰਦਰ ਸਾਡੀ ਟੀਮਾਂ ਜੁਆਇੰਟ ਨੇ ਔਰ ਸੱਜਣ ਕੁਮਾਰ ਦੇ ਵੀ ਜੁਆਇੰਟ ਨੇ। ਕੋਹਲੀ ਸਾਹਿਬ ਵੀ ਜਾਣਦੇ ਨੇ, ਕੋਹਲੀ ਸਾਹਿਬ ਨੂੰ ਇਸ ਫੈਕਟ ਦਾ ਪਤਾ ਹੈ। ਇਹਨਾਂ ਦਾ ਮੈਟਰ ਵੀ ਹਾਈ ਕੋਰਟ ਜਿਹੜਾ ਚੱਲ ਰਿਹਾ ਉਹ ਅਸੀਂ ਵੀ ਦੇਖ ਰਹੇ ਹਾਂ ਤੇ ਫੁਲਕਾ ਸਾਹਿਬ ਵੀ ਆਉਂਦੇ ਨੇ। ਸਾਡੀ ਤਰਫੋਂ ਕਦੀ ਫੁਲਕਾ ਸਾਹਿਬ ਦੇ ਖਿਲਾਫ ਇਸ ਤਰ੍ਹਾਂ ਦੀ ਗੱਲ ਕਦੀ ਵੀ ਦਿੱਲੀ ਕਮੇਟੀ ਤਰਫੋਂ ਨਹੀਂ ਕਹੀ ਗਈ। ਠੀਕ ਹੈ, ਦਿੱਲੀ ਕਮੇਟੀ ਵੱਲੋਂ ਨਹੀਂ ਕਹੀ ਗਈ, ਪਰ ਜਿਸ ਨੇ ਕਹੀ ਸੀਗੀ ਬਿਆਨ ਵੀ ਲੱਗੇ ਸਨ। ਫੈਰੀ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਕਾਫੀ ਦੇਰ। ਦੇਖੋ, ਜਿਹੜੀ ਇਹ ਕਰ ਰਹੇ ਸੀ ਵੀ ਪੋਲੀਟੀਕਲ ਫੁਲਕਾ ਸਾਹਿਬ ਦੇ ਉੱਤੇ, ਇਹ ਤਾਂ ਜਿਸ ਟਾਈਮ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਕਾਫੀ ਬਿਆਨਬਾਜ਼ੀ ਅਕਾਲੀ ਪਾਰਟੀ ਵੱਲੋਂ ਆਈ ਸੀਗੀ ਕਿ ਇਹ ਫੁਲਕਾ ਸਾਹਿਬ ਬਾਅਦ ਵਿੱਚ ਵੀ ਇਹ ਪੋਲੀਟੀਕਲ ਉਹਦੇ ਵਿੱਚ ਲੱਗ ਗਏ ਨੇ, ਤੇ ਪੈਰਵੀ ਨਹੀਂ ਕਰ ਰਹੇ। ਤੇ ਸ਼ਾਇਦ ਇਸੇ ਕਰਕੇ ਇਹਨਾਂ ਨੇ ਫਿਰ ਆਪੋਜੀਸ਼ਨ ਤੋਂ ਵੀ, ਲੀਡਰ ਆਫ ਆਪੋਜੀਸ਼ਨ ਤੋਂ ਵੀ ਰਿਜ਼ਾਈਨ ਕਰਕੇ ਕਿ ਮੈਂ ਉਹਦੀ ਪੈਰਵੀ ਕਰੂੰਗਾ। ਪਲੱਸ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਵਾਰ ਮਤਲਬ ਆਪਣੇ ਅਹੁਦੇ ਸਾਰੇ ਛੱਡੇ ਸੀ ਕਿ ਮੈਂ ਪਹਿਲਾਂ ਇਹਦੀ ਪੈਰਵੀ ਕਰੂੰਗਾ। ਤੇ ਜਿਹੜੀ ਰਹੀ ਗੱਲ ਕੋਹਲੀ ਸਾਹਿਬ ਦੀ ਸਿਕਿਉਰਿਟੀ ਦੀ ਗੱਲ ਸੀ, ਜੀ ਕੈਪਟਨ ਸਰਕਾਰ ਨੇ ਆ ਕੇ ਸਿਕਿਉਰਿਟੀ ਸਾਰਿਆਂ ਦੀ ਵਿਡਰਾਅ ਕੀਤੀ ਸੀ। ਇਹ ਤਾਂ ਸਿਕਿਉਰਿਟੀ ਕੋਰਟ ਵੱਲੋਂ ਮਿਲੀਆਂ ਹੋਈਆਂ ਨੇ। ਇਹ ਤਾਂ ਸਿਕਿਉਰਿਟੀ ਇਹ ਕੈਪਟਨ ਸਾਹਿਬ, ਇਹ ਕਾਂਗਰਸ ਗਵਰਨਮੈਂਟ ਵਿਡਰਾਅ ਕਿਵੇਂ ਕਰ ਸਕਦੀ ਹੈ? ਇਹ ਤਾਂ ਆਲਰੇਡੀ ਇਹ ਤਾਂ ਕੋਰਟ ਵੱਲੋਂ ਮਿਲੀਆਂ ਹੋਈਆਂ ਸਿਕਿਉਰਿਟੀਜ਼ ਨੇ ਵਿਟਨੈਸਿਸ ਨੂੰ। ਤੇ ਇਹ ਤਾਂ ਇਹ ਬਿਆਨ ਇੱਕ ਵਧੀਆ ਠੀਕ ਹੀ ਨਹੀਂ ਲੱਗਦਾ ਬਨੀ ਸਾਹਿਬ ਦਾ ਕਹਿਣਾ ਵੀ ਇਹ ਸਾਰਿਆਂ ਦੀ ਸਿਕਿਉਰਿਟੀ ਵਿਡਰਾਅ ਹੋਈ ਸੀ, ਇਸ ਕਰਕੇ ਇਹਨਾਂ ਦੀ ਹੋ ਗਈ ਸੀ। ਇਹ ਤਾਂ ਕਾਂਗਰਸ ਪਾਰਟੀ ਜਾਂ ਕੋਈ ਵੀ ਗਵਰਨਮੈਂਟ ਜਦ ਕੋਰਟ ਦਾ ਆਰਡਰ ਹੈ, ਕੋਰਟ ਤੋਂ ਵਿਦਆਊਟ ਪਰਮਿਸ਼ਨ ਇਹ ਵਿਡਰਾਅ ਕਰ ਨਹੀਂ ਸਕਦੇ ਸੀ। ਠੀਕ ਹੈ। ਸੋ ਸਵਾਲ ਸਿਕਿਉਰਿਟੀ ਵਿਡਰਾਅ ਕਰਨਾ ਜੀ ਇੱਕ 1984 ਦੇ ਵਿਟਨੈਸ ਦਾ, ਜਿਹਦਾ ਦਿੱਲੀ ਹਾਈ ਕੋਰਟ 'ਚ ਇਸ ਟਾਈਮ ਮੈਟਰ ਚੱਲ ਰਿਹਾ ਹੋਏ ਔਰ ਬੇਲ ਚੈਲੰਜ ਅਗਲੇ ਨੇ ਕੀਤੀ ਹੋਏ ਸੱਜਣ ਕੁਮਾਰ ਦੀ, ਔਰ ਉਸੇ ਮੌਕੇ ਤੇ ਉਹਦੀ ਸਿਕਿਉਰਿਟੀ ਵਿਡਰਾਅ ਕਰਨੀ। ਮੈਂ ਮਨਪ੍ਰੀਤ ਜੀ ਦੀ ਗੱਲ ਤੋਂ ਇੱਕ ਮਿੰਟ ਲਈ ਸਹਿਮਤ ਹੋ ਕੇ ਵੀ ਕਹਿਦਾ ਕਿ ਅਗਰ ਇਹ ਰੂਟੀਨ ਵਰਕ ਸੀਗਾ ਤੇ ਇੱਕ ਆਰਟੀਆਈ ਲੱਗ ਕੇ ਇਹਦੇ ਅੰਦਰ ਸਾਰਾ ਸੱਚ ਬਾਹਰ ਆ ਜਾਏਗਾ ਕਿ ਕਿੰਨੀ ਸਿਕਿਉਰਿਟੀ ਵਿਡਰਾਅ ਹੋਈ ਔਰ ਕਿਸ ਤਰ੍ਹਾਂ ਕਿਸ ਕਾਰਨ ਕੋਹਲੀ ਸਾਹਿਬ ਦੀ ਸਿਕਿਉਰਿਟੀ ਵਿਡਰਾਅ ਕੀਤੀ ਗਈ। ਮੇਰੇ ਹਿਸਾਬ ਨਾਲ ਇਹ ਵਿਟਨੈਸ ਨੂੰ ਪ੍ਰੈਸ਼ਰ ਪਾਉਣ ਦੀ ਗੱਲ ਕੀਤੀ ਗਈ ਹੈ ਕਿ ਸੱਜਣ ਕੁਮਾਰ ਨੂੰ ਕਾਂਗਰਸ ਦੀ ਪੰਜਾਬ ਸਰਕਾਰ ਤੋਂ ਸਪੋਰਟ ਕੀਤੀ ਗਈ ਹੈ। ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ, ਪਰ ਸਵਾਲ ਇਹੀ ਬਰਕਰਾਰ ਹੈ ਕਿ ਆਖਰ ਇਨਸਾਫ ਕਿਵੇਂ ਮਿਲੇਗਾ। ਤੁਸੀਂ ਸਾਰੇ ਮਹਿਮਾਨ ਸਾਡੇ ਨਾਲ ਜੁੜੇ, ਫੈਰੀ ਸੋਫਤ, ਮਨਪ੍ਰੀਤ ਬੰਨੀ, ਸਿਕੰਦਰ ਸਿੰਘ ਮਲੂਕਾ ਜੀ, ਐਚਐਸ ਕੋਹਲੀ ਤੇ ਜਸਵਿੰਦਰ ਸਿੰਘ ਜੋਲੀ, ਤੁਸੀਂ ਸਾਡੇ ਨਾਲ ਇਸ ਚਰਚਾ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਸਵਾਲ ਇਹੀ ਹੈ ਕਿ ਆਖਰ ਪੀੜਤਾਂ ਨੂੰ ਇਨਸਾਫ ਕਦੋਂ ਮਿਲੇਗਾ। ਇੱਕ ਨਵੀਂ ਐਸਆਈਟੀ ਬਣ ਗਈ ਹੈ, ਉਮੀਦ ਤਾਂ ਜਾਗੀ ਹੈ, ਪਰ ਉਹ ਐਸਆਈਟੀ ਕਦੋਂ ਤੱਕ ਆਪਣੀ ਜਾਂਚ ਮੁਕੰਮਲ ਕਰੇਗੀ, ਇਸ ਤੇ ਵੀ ਸਵਾਲ ਬਰਕਰਾਰ ਹੈ। ਸਾਡੀ ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।